जिसमें अमृत ज्ञान है, माणिक भगत बैराग। श्री गुरु ग्रंथ साहिब उदद, बंदों कर अनुराग। श्री गुर शब्द कमाए दिना, जीते पंच बेकार। तिन संतन को बंदना, सिर चरणन पर तार। एकंकार सतगुरु, तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। बचन सारस्वत खालसे की जुगत, रहो काहू पेश। खालसे के दरवेश, तुमरा है वंश। संबल और कंस, बचन सारस्वत खालसे की जुगत, रहो काहू पेश। खालसे के दरवेश, तुमरा है वंश। संबल और वंश। वाहिगुरु जी का खालसा, वाहिगुरु जी की फतेह जी। परम सन्मानਯੋਗ ਸਤਿਗੁਰੂ ਜੀ ਦੀ ਸਾਜੀ ਅਰ ਨਵਾਜੀ ਹੋਈ। ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰੂ ਜੀ ਦਾ ਖਾਸ ਰੂਪ। ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਗਰੀਬ ਨਿਵਾਜ ਸਤਿਗੁਰੂ, ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਅਨਾਥਾ ਨਾਥ ਸਤਿਗੁਰੂ। ਧੰਨ ਧੰਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਤਿਨਾਂ ਦੀ ਪਾਵਨ ਅਰ ਪਵਿੱਤਰ ਗੋਦ ਦੇ ਵਿੱਚ ਸੱਜ ਕਰਕੇ ਇਹਨਾਂ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਤੋ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਪਾਵਨ ਅਰ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਦਾ ਸਮਾਂ ਹੈ। ਤੋ ਆਓ ਸਭ ਤੋਂ ਪਹਿਲਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਨੂੰ ਫਤਿਹ ਬੁਲਾਈਏ ਅਰ ਫਤਿਹ ਬੁਲਾ ਕਰਕੇ ਇਹ ਆਸ਼ੀਰਵਾਦ ਪ੍ਰਾਪਤ ਕਰੀਏ। ਸਤਿਗੁਰੂ ਜੀ ਤੋਂ ਇਹ ਆਸੀਸ ਪ੍ਰਾਪਤ ਕਰੀਏ ਕਿ ਸਤਿਗੁਰੂ ਜੀ ਜੋ ਵੀ ਆਪ ਜੀਆਂ ਦੇ ਦਰ ਘਰ ਦੀ ਮਰਿਆਦਾ ਹੈ, ਉਪਦੇਸ਼ ਹੈ, ਸਿਧਾਂਤ ਹਨ, ਤੋ ਕਿਨਕਾ ਮਾਤਰ ਹੀ ਸਾਡੀ ਝੋਲੀ ਵਿੱਚ ਪੈ ਜਾਵੇ।
ਇਹ ਆਪਾਂ ਸਤਿਗੁਰਾਂ ਜੀ ਤੋਂ ਆਸੀਸ ਪ੍ਰਾਪਤ ਕਰਨੀ, ਆਸ਼ੀਰਵਾਦ ਪ੍ਰਾਪਤ ਕਰਨਾ। ਇਸ ਕਰਕੇ ਆਓ ਕਲਗੀਆਂ ਵਾਲੇ, ਬਾਜਾਂ ਵਾਲੇ, ਤਾਜਾਂ ਵਾਲੇ, ਨੀਲੇ ਵਾਲੇ, ਅੰਮ੍ਰਿਤ ਕੇ ਦਾਤੇ ਸਤਿਗੁਰੂ, ਸ਼ਹੀਦ ਪਿਤਾ ਦੇ ਪੁੱਤਰ ਸਤਿਗੁਰੂ, ਸ਼ਹੀਦ ਪੁੱਤਰਾਂ ਦੇ ਪਿਤਾ ਸਤਿਗੁਰੂ, ਧੰਨ ਧੰਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਸਾਨੂੰ ਫਤਿਹ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ, ਤੋ ਆਓ ਐਸੇ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਸਤਿਗੁਰਾਂ ਜੀ ਨੂੰ ਬੁਲਾਈਏ, ਦੋਵੇਂ ਹੱਥ ਜੋੜ ਕਰਕੇ ਪ੍ਰੇਮ ਦੇ ਨਾਲ, ਪ੍ਰੀਤ ਦੇ ਨਾਲ, ਸ਼ਰਧਾ ਅਰ ਭਾਵਨਾ ਦੇ ਸਹਿਤ ਸਾਰੇ ਹੀ ਇੱਕ ਵਾਰੀ ਸੀਸ ਝੁਕਾ ਕਰਕੇ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿਗੁਰੂ ਜੀ ਨੇ ਸਾਡੇ ਉੱਤੇ ਮਹਾਨ ਮਹਾਨ ਦਇਆ ਕੀਤੀ ਹੈ, ਜੋ ਆਪ ਆਪਣੇ ਬਖਸ਼ਿਸ਼ ਦੇ ਖਜ਼ਾਨੇ ਦੇ ਵਿੱਚੋਂ ਕਿਣਕਾ ਮਾਤਰ ਸਾਡੀ ਝੋਲੀ ਵਿੱਚ ਵੀ ਪਾਇਆ ਹੈ। ਤੋ ਗਰੀਬ ਨਵਾਜ ਸਤਿਗੁਰੂ ਨੇ ਸਤ ਸੰਗਤ ਦੀਆਂ ਇਹਨਾਂ ਘੜੀਆਂ ਦੁਆਰਾ ਸਾਨੂੰ ਵੀ ਨਵਾਜਣਾ ਕੀਤਾ। ਤੋ ਆਓ ਸਾਧ ਸੰਗਤ ਜੀ, ਜੋ ਸਤਿਗੁਰਾਂ ਜੀ ਦੇ ਪਾਵਨ ਅਰ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ, ਤਿਸ ਦੇ ਨਾਲ ਜੁੜਨ ਤੋਂ ਪਹਿਲਾਂ ਅੱਜ ਦੇ ਸ਼੍ਰੋਮਣੀ ਸ਼ਹੀਦ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ, ਜਿਨ੍ਹਾਂ ਨੂੰ ਆਪਾਂ ਸਿੰਘ ਸਾਹਿਬ ਜੀ ਦੇ ਨਾਮ ਨਾਲ ਸਤਿਕਾਰਦੇ ਹਾਂ, ਸਿੰਘ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ, ਜਿਹੜੇ ਕੇਵਲ ਤੇ ਕੇਵਲ ਆਪ ਹੀ ਸ਼ਹੀਦ ਨਹੀਂ, ਪਰਿਵਾਰ ਦੇ ਵਿੱਚੋਂ ਪੁੱਤਰ ਸ਼ਹੀਦ, ਪੋਤਰੇ ਸ਼ਹੀਦ, ਇਸ ਪ੍ਰਕਾਰ ਜਿੰਨੇ ਵੀ ਭਰਾਤਾ ਸਨ ਉਹ ਵੀ ਸ਼ਹੀਦ। ਐਸੇ ਮਹਾਨ ਸ਼ਹੀਦ ਇਤਿਹਾਸ ਵਿੱਚ ਜ਼ਿਕਰ ਹੈ। 12 ਭਰਾ ਸਨ, 5 ਪੁੱਤਰ ਸਨ। ਅੱਗੋਂ ਫਿਰ ਉਹਨਾਂ ਦੇ ਕਈਆਂ ਨੇ ਤਾਂ 22 ਪੁੱਤਰ ਲਿਖਿਆ, ਕਈਆਂ ਨੇ 28 ਵੀ ਜ਼ਿਕਰ ਕੀਤਾ। ਭਾਵ ਕਹਿਣ ਦਾ ਕਿ ਜਿੰਨਾ ਵੀ ਸਮੁੱਚਾ ਪਰਿਵਾਰ ਸੀ ਨਾ ਭਾਈ ਸਾਹਿਬ ਦਾ, ਸ਼ਹੀਦਾਂ ਦਾ ਪਰਿਵਾਰ ਸੀ, ਜਿਨ੍ਹਾਂ ਨੂੰ ਆਪਾਂ ਨਿਤਾ ਪ੍ਰਤੀ ਅਰਦਾਸ ਦੇ ਵਿੱਚ ਵੀ ਯਾਦ ਕਰਦੇ ਹਾਂ। ਕਿਵੇਂ ਯਾਦ ਕਰਦੇ ਹਾਂ? ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ, ਸੀਸ ਦਿੱਤੇ, ਬੰਦ ਬੰਦ ਕਟਵਾਏ, ਸਿੰਘ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ। ਫਿਰ ਅਗਾਂਹ ਖੋਪਰੀਆਂ ਲੋਹਾਈਆਂ, ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਜੀ। ਚਰਖੜੀਆਂ ਤੇ ਚੜੇ ਭਾਈ ਸਾਹਿਬ ਭਾਈ ਸੁਬੇਗ ਸਿੰਘ ਜੀ ਅਰ ਭਾਈ ਸਾਹਿਬ ਭਾਈ ਸਹਿਬਾਜ ਸਿੰਘ ਜੀ, ਪਿਓ ਪੁੱਤਰ ਨੇ। ਇਉਂ ਆਪਾਂ ਇਤਿਹਾਸ ਵਿੱਚ ਅਰਦਾਸ ਦੇ ਵਿੱਚ ਨਿਤਾ ਪ੍ਰਤੀ ਇਹਨਾਂ ਸੂਰਬੀਰਾਂ ਨੂੰ, ਸੂਰਮਿਆਂ ਨੂੰ, ਬਹਾਦਰਾਂ ਨੂੰ ਯਾਦ ਕਰਦੇ ਹਾਂ। ਤੇ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਨੇ ਬੰਦ ਕਟਵਾ ਕਰਕੇ ਧਰਮ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ। ਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਗੋਦ ਦਾ ਨਿੱਘ ਮਾਣਿਆ। ਐਸੇ ਸ਼ਹੀਦ ਤੋਂ ਟੂਕ ਮਾਤਰ ਆਪਾਂ ਵਿਚਾਰ ਕਰਨੀ ਹੈ, ਸੰਖੇਪ ਵਿੱਚ ਹੀ, ਕਿਉਂਕਿ ਸਮਾਂ ਆਪਣੇ ਕੋਲ ਬਹੁਤਾ ਨਹੀਂ। ਫਿਰ ਲੜੀਵਾਰ ਜੋ ਗੁਰਮਰਿਆਦਾ ਅਨੁਸਾਰ ਇਤਿਹਾਸ ਹੈ ਉਹ ਵੀ ਸਰਵਣ ਕਰਨਾ ਹੈ। ਭਾਈ ਸਾਹਿਬ ਜੀ ਦਾ ਜਿਹੜਾ ਜਨਮ ਹੈ ਨਾ, 1644 ਈਸਵੀ ਦੇ ਵਿੱਚ ਮਾਈ ਦਾਸ ਜੀ ਹੋਏ ਨੇ। ਸਾਧ ਸੰਗਤ ਜੀ, ਮਾਈ ਦਾਸ, ਇੱਕ ਮਾਈ ਦਾਸ ਹੋਏ ਨੇ। ਤੀਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੇ ਸਮੇਂ ਉਹ ਮਾਈ ਦਾਸ ਅਸਲ ਵਿੱਚ ਪ੍ਰਾਤਨ
ਜੋ ਸਾਧ ਸੰਗਤ ਜੀ ਧਰਮ ਹੈ ਨਾ, ਹਿੰਦੂ ਧਰਮ ਦੇ ਵਿੱਚੋਂ ਸੀ। ਮਾਈ ਦਾਸ ਮਹਾਰਾਜ ਦੇ ਚਰਨਾਂ ਵਿੱਚ ਆਏ ਨੇ। ਗੁਰੂ ਘਰ ਦੀ ਮਰਿਆਦਾ ਸੀ ਜੋ ਵੀ ਪਹਿਲਾਂ ਪੰਗਤ ਕਰਨੀ ਹੈ, ਫਿਰ ਸੰਗਤ ਕਰਨੀ ਹੈ। ਪਹਿਲਾਂ ਪੰਗਤ, ਪਾਛੈ ਸੰਗਤ। ਇਸ ਪ੍ਰਕਾਰ ਦੀ ਜੋ ਗੁਰੂ ਘਰ ਦੀ ਰਹੁ ਰੀਤ ਸੀ, ਸੱਚੇ ਪਾਤਸ਼ਾਹ ਜੀ ਦਾ ਹੁਕਮ ਸੀ, ਤੇ ਉਸ ਹੁਕਮ ਨੂੰ ਮਾਈ ਦਾਸ ਨੇ ਪ੍ਰਵਾਨਿਆ ਨਹੀਂ। ਮਨ ਵਿੱਚ ਇੱਛਾ ਰੱਖੀ ਕਿ ਮੈਂ ਪਹਿਲਾਂ ਦਰਸ਼ਨ ਕਰਨੇ ਨੇ, ਪਰ ਹਜੂਰ ਦਾ ਇਹ ਬਚਨ ਸੀ, ਹੁਕਮ ਸੀ। ਹੁਕਮ ਵੱਡਾ ਹੁੰਦਾ ਹੈ, ਪ੍ਰਣ ਵੱਡਾ ਨਹੀਂ। ਗੁਰੂ ਦੇ ਹੁਕਮ ਅੱਗੇ ਕੀਤਾ ਹੋਇਆ ਪ੍ਰਣ ਵੀ ਸਾਧ ਸੰਗਤ ਜੀ ਕਿਸੇ ਕੰਮ ਦਾ ਨਹੀਂ, ਜੇ ਗੁਰੂ ਦਾ ਹੁਕਮ ਹੀ ਠੁਕਰਾ ਦਿੱਤਾ ਜਾਵੇ। ਇਸ ਕਰਕੇ ਜੇ ਸਤਿਗੁਰਾਂ ਜੀ ਦਾ ਹੁਕਮ ਜਾਣ ਕਰਕੇ ਕੋਈ ਪ੍ਰਣ ਕੀਤਾ ਹੈ, ਫਿਰ ਤਾਂ ਜੋਗ ਬਣਦਾ ਹੈ, ਤੇ ਜੇ ਹੁਕਮ ਦੀ ਉਲੰਘਣਾ ਹੋ ਰਹੀ ਹੈ, ਫਿਰ ਪ੍ਰਣ ਕੀਤਾ ਕੋਈ ਬਹੁਤਾ ਜੋਗ ਨਹੀਂ, ਅਜੋਗ ਬਣਿਆ ਜਾਂਦਾ, ਅਜੋਗ ਬਣ ਜਾਂਦਾ। ਇਸ ਕਰਕੇ ਮਹਾਰਾਜ ਦਾ ਹੁਕਮ ਜੋ ਸੀ ਉਸ ਨੂੰ ਇਨਕਾਰ ਦਿੱਤਾ। ਕਹਿੰਦੇ ਮੁੜ ਆਏ ਨੇ, ਫਿਰ ਗਏ ਨੇ ਆਪਣੇ ਧਾਰਮਿਕ ਅਸਥਾਨ ਮਥੁਰਾ ਦੇ ਵਿੱਚ। ਕ੍ਰਿਸ਼ਨ ਜੀ ਨੂੰ ਬਹੁਤ ਮੰਨਦੇ ਸੀ। ਇਸ ਪ੍ਰਕਾਰ ਇਹ ਨਾ ਕਹਿੰਦੇ ਆਪਣੇ ਕਿਸੇ ਧਾਰਮਿਕ ਸਥਾਨ ਤੇ ਗਏ ਨੇ, ਮਥੁਰਾ ਵੱਲ। ਉਸ ਤੋਂ ਬਾਅਦ ਉੱਥੇ ਵੀ ਫਿਰ ਉਹ ਜਿਹੜੇ ਲੋਕ ਬੈਠੇ ਸੀ ਮਹਾਤਮਾ, ਉਹਨਾਂ ਨੇ ਵੀ ਇਹ ਕਹਿ ਦਿੱਤਾ ਵੀ ਭਾਈ ਪਹਿਲਾਂ ਭੋਜਨ ਛਕ ਲਓ, ਫਿਰ ਦਰਬਾਰ ਵਿੱਚ ਆਇਓ। ਫਿਰ ਮਨ ਦੇ ਵਿੱਚ ਨਾ ਵੈਰਾਗ ਜਿਹਾ ਆ ਗਿਆ ਵੀ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੇ ਮਾਲਕ ਨੇ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਨੇ, ਮੈਂ ਤੇ ਮੰਦ ਭਾਗਾ ਹਾਂ। ਉਹਨਾਂ ਦੇ ਦਰਸ਼ਨ ਦਿਦਾਰੇ ਠੁਕਰਾ ਕੇ, ਉਹਨਾਂ ਦਾ ਹੁਕਮ ਠੁਕਰਾ ਕੇ ਇਸ ਥਾਂ ਤੇ ਆਇਆ, ਤੇ ਦਰਸ਼ਨ ਤਾਂ ਇੱਥੇ ਵੀ ਨਹੀਂ ਹੋ ਰਹੇ, ਇੱਥੇ ਵੀ ਦਰਸ਼ਨ ਨਹੀਂ ਹੋ ਰਹੇ। ਇੱਥੇ ਵੀ ਉਹਨਾਂ ਨੇ ਹੁਕਮ ਕੀਤਾ ਵੀ ਪਹਿਲਾਂ ਭੋਜਨ ਛਕੋ, ਫਿਰ ਦਰਬਾਰ ਵਿੱਚ ਜਾਇਓ। ਉਹ ਚੱਲ ਮੜਾ ਐਵੇਂ ਕਾਹਤੋਂ ਅਟਖੇਲੀਆਂ ਕਰਦਾ, ਮੁੜ ਉੱਥੇ ਚੱਲਦੇ ਆ। ਕਹਿੰਦੇ ਫਿਰ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਆ ਗਏ ਨੇ। ਆ ਕਰਕੇ ਜੋ ਪਹਿਲੇ ਪੰਗਤ ਲੰਗਰ ਦੇ ਵਿੱਚੋਂ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਿਆ, ਪਾਛੈ ਸੰਗਤ ਦੇ ਹੁਕਮ ਦੇ ਅਨੁਸਾਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੇ ਦਰਸ਼ਨ ਪਰਸੇ। ਮਨ ਵਿੱਚ ਇਹ ਵਿਚਾਰਿਆ ਕਿ ਜਾਣਾ ਤਾਂ ਮੈਂ ਸੀ ਦਰਸ਼ਨ ਕਰਨ, ਤੇ ਇਹ ਸੰਕਲਪ ਧਾਰ ਲਿਆ ਕਿ ਜੇ ਮੈਨੂੰ ਇੱਥੇ ਹੀ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕ੍ਰਿਸ਼ਨ ਰੂਪ ਦਰਸ਼ਨ ਦੇ ਦੇਣ, ਤਾਂ ਫਿਰ ਕਿਆ ਹੀ ਕਹਿਣੇ ਨੇ। ਦਰਸ਼ਨ ਤਾਂ ਉੱਥੇ ਵੀ ਕਰਨ ਜਾਣਾ ਸੀ, ਗਿਆ ਸਾਂ, ਤੇ ਨਾ ਇੱਥੇ ਦਰਸ਼ਨ ਹੋਏ ਨਾ ਉੱਥੇ ਹੋਏ। ਤੇ ਜੇ ਹੁਣ ਇੱਥੇ ਗੁਰੂ ਨਾਨਕ ਦੇ ਦਰ ਘਰ ਦੇ ਮਾਲਕ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਦਿਦਾਰਿਆਂ ਦੇ ਨਾਲ ਨਾਲ ਜੇ ਕਿਤੇ ਮੈਨੂੰ ਮਹਾਰਾਜ ਕ੍ਰਿਸ਼ਨ ਰੂਪ ਦਰਸ਼ਨ ਦੇ ਦੇਣ, ਤੇ ਫਿਰ ਬਹੁਤਾ ਆਨੰਦ ਪ੍ਰਸੰਨ ਹੋਵੇਗਾ। ਇਉਂ ਮਨ ਵਿੱਚ ਇਸ ਨੇ ਸੰਕਲਪ ਕੀਤਾ। ਮਹਾਰਾਜ ਨੇ ਫਿਰ ਗੁਰਬਾਣੀ ਵਿੱਚ ਜੋ ਫਰਮਾਨ ਹੈ, ਸੰਖ ਚੱਕਰ ਗਦਾ ਪਦਮ, ਇਉਂ ਗੁਰਬਾਣੀ ਦਾ ਫਰਮਾਨ ਆਉਂਦਾ ਹੈ। ਉਸ ਫਿਰ ਮਹਾਰਾਜ ਨੇ ਕ੍ਰਿਸ਼ਨ ਰੂਪ ਹੋ ਕਰਕੇ ਇਹਨੂੰ ਦਰਸ਼ਨ ਦਿੱਤੇ। ਫਿਰ ਚਰਨਾਂ ਵਿੱਚ ਜਾ ਡਿੱਗਿਆ ਸੀ, ਵੈਰਾਗ ਧਾਰਨ ਕੀਤਾ। ਇਸ ਪ੍ਰਕਾਰ ਇਹ ਮਾਈ ਦਾਸ ਦੀ ਕੁੱਲ ਹੋਈ ਹੈ। ਸਾਧ ਸੰਗਤ ਜੀ ਅਗਾਂਹ ਚੱਲਦੀ ਚੱਲਦੀ ਬੱਲੂ ਰਾਓ ਜੀ ਹੋਏ ਨੇ। ਮਾਈ ਦਾਸ ਜੀ ਤੋਂ ਅੱਗੇ ਬੱਲੂ ਰਾਓ ਜੀ, ਉਸ ਤੋਂ ਬਾਅਦ ਫਿਰ ਛੇਵੇਂ ਸਤਿਗੁਰਾਂ ਦੇ ਸਮੇਂ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੇ ਸਮੇਂ ਬੱਲੂ ਰਾਓ ਦੇ ਘਰੋਂ ਫਿਰ ਮਾਈ ਦਾਸ ਹੋਏ। ਵੇਖੋ ਪਹਿਲਾਂ ਤੇ ਇਹਨਾਂ ਦੇ ਪੜਦਾਦਿਆਂ ਦੇ ਗਾਂ ਹੋਏ ਨੇ ਨਾ ਮਾਈ ਦਾਸ, ਤੀਸਰੇ ਪਾਤਸ਼ਾਹ ਦੇ ਸਮੇਂ। ਫਿਰ ਇਹਨਾਂ ਦੀ ਕੁੱਲ ਵਿੱਚੋਂ ਬੱਲੂ ਰਾਓ ਹੋਏ ਨੇ। ਬੱਲੂ ਰਾਓ ਦੇ ਅੱਗੋਂ ਘਰ ਵਿੱਚ ਫਿਰ ਮਾਈ ਦਾਸ ਹੋਏ। ਇਸ ਪ੍ਰਕਾਰ ਉਸ ਮਾਈ ਦਾਸ ਦੇ ਘਰ ਅੱਜ ਦੇ ਸ਼੍ਰੋਮਣੀ ਸ਼ਹੀਦ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦਾ ਜਨਮ ਹੋਇਆ ਹੈ। ਤੇ ਮਾਤਾ ਦਾ ਨਾਮ ਸੀ ਮਥਰਾ।
ਮਥਰਾ ਦੇਵੀ ਨਾਮ ਆਉਂਦਾ ਹੈ ਇਤਿਹਾਸ ਵਿੱਚ। ਮਥਰਾ ਦੇਵੀ ਜੀ ਦੀ ਕੁੱਖੋਂ ਤੋ ਇਸ ਪ੍ਰਕਾਰ ਮਾਈ ਦਾਸ ਜੀ ਦੇ ਘਰ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਦਾ ਜਨਮ ਹੋਇਆ। ਬਾਲ ਉਮਰਾਂ ਵਿੱਚ ਹੀ ਗੁਰਸਿੱਖੀ ਨਾਲ ਬੜਾ ਪ੍ਰੇਮ ਹੋ ਗਿਆ, ਕਿਉਂਕਿ ਇਹ ਬਹੁਤ ਫਰਕ ਪੈ ਜਾਂਦਾ ਸਾਧ ਸੰਗਤ ਜੀ, ਜੇ ਕਿਤੇ ਮਾਤਾ ਪਿਤਾ ਜੁੜੇ ਹੋਣ ਨਾ ਕਿਸੇ ਧਾਰਮਿਕ ਅਸਥਾਨ ਦੇ ਨਾਲ, ਫਿਰ ਜਿੱਥੋਂ ਦੀ ਰਹੁ ਰੀਤ ਜਿਸ ਤਰ੍ਹਾਂ ਦੀ ਫਿਰ ਉਸ ਥਾਂ ਦੀ ਹੋਵੇ, ਬੱਚਾ ਫਿਰ ਜਿਵੇਂ ਜਿਵੇਂ ਵੇਖਦਾ ਹੈ ਫਿਰ ਉਹੋ ਜਿਹੇ ਸੰਸਕਾਰ ਧਾਰ ਲੈਂਦਾ। ਇਸ ਪ੍ਰਕਾਰ ਮਾਤਾ ਪਿਤਾ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੇ ਨਾਲ ਪ੍ਰੇਮ ਕਰਨ ਵਾਲੇ ਸਨ, ਪ੍ਰੀਤੀ ਕਰਨ ਵਾਲੇ ਸਨ, ਜਾਣ ਵਾਲੇ ਸਨ। ਤੇ ਗੁਰੂ ਘਰ ਜਦੋਂ ਬੱਚਾ ਹੋ ਗਿਆ ਤੇ ਨਾਲ ਲੈ ਕੇ ਜਾਣਾ, ਤੇ ਘਰਦਿਆਂ ਨੇ ਨਾਮ ਰੱਖਿਆ ਮਣੀਆਂ। ਮਣੀਆਂ ਨਾਮ ਰੱਖਿਆ। ਕਈਆਂ ਨੇ ਇਤਿਹਾਸ ਵਿੱਚ ਮਣੀ ਰਾਮ ਵੀ ਆਖਿਆ। ਸੋ ਇਹ ਬਹੁਤੇ ਸਾਧ ਸੰਗਤ ਜੀ ਭੁਲੇਖਿਆਂ ਵਿੱਚ ਨਹੀਂ ਪੈਣਾ, ਭਾਵੇਂ ਮਣੀਆਂ ਹੋਵੇ ਭਾਵੇਂ ਮਣੀ ਰਾਮ ਹੋਵੇ। ਸਿਧਾਂਤ ਇੱਥੇ ਹੈ ਵੀ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਹੋਏ ਨੇ। ਕਿਵੇਂ ਹੋਏ ਨੇ? ਇਤਿਹਾਸ ਵਿੱਚ ਜ਼ਿਕਰ ਹੈ ਕਿ ਭਾਈ ਸਾਹਿਬ ਭਾਈ ਮਣੀਆਂ ਜੀ ਕਹਿ ਲਓ ਜਾਂ ਮਣੀ ਰਾਮ ਅੱਗੇ ਵੀ ਆਖਿਆ ਹੈ, ਇਹ 6ਵੇਂ ਸਤਿਗੁਰਾਂ ਜੀ ਤੋਂ ਜਦੋਂ ਇਹਨਾਂ ਦਾ ਜਨਮ ਹੋਇਆ ਨਾ, ਗੁਰੂ ਘਰ ਵਿੱਚ ਆਉਂਦੇ ਜਾਂਦੇ ਸਨ। ਫਿਰ ਜਦੋਂ ਭਾਈ ਸਾਹਿਬ ਜੀ ਬਾਲ ਅਵਸਥਾ ਵਿੱਚ ਸਨ ਨਾ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਰਾਜ ਤਿਨਾਂ ਦੇ ਪਹਿਲੀ ਵਾਰ ਦਰਸ਼ਨ ਪਰਸੇ, 7ਵੇਂ ਪਾਤਸ਼ਾਹ ਜੀ ਦੇ। ਇਸ ਪ੍ਰਕਾਰ ਫਿਰ ਕਹਿੰਦੇ ਕੁਝ ਸਮਾਂ ਉੱਥੇ ਰਹੇ ਵੀ ਨੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜਦੋਂ ਫਿਰ ਇਹਨਾਂ ਦੀ 15 ਸਾਲ ਦੀ ਆਯੂ ਹੋਈ ਨਾ, ਬਚਪਨ ਬੀਤਿਆ, ਕਿਸ਼ੋਰ ਅਵਸਥਾ, ਜਵਾਨੀ ਆਉਣ ਵਾਲੀ, ਉਦੋਂ ਫਿਰ ਭਾਈ ਸਾਹਿਬ ਜੀ ਨੂੰ ਘਰ ਦੇ ਵਾਪਸ ਲੈ ਆਏ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚੋਂ ਵਾਪਸ ਲਿਆ ਕਰਕੇ ਉਸ ਸਮੇਂ ਫਿਰ ਭਾਈ ਸਾਹਿਬ ਜੀ ਦਾ ਵਿਆਹ ਕਰ ਦਿੱਤਾ। ਆਨੰਦ ਕਾਰਜ ਹੋ ਗਏ। ਉਹ ਆਨੰਦ ਕਾਰਜ ਕਿਹਦੇ ਨਾਲ ਹੋਏ? ਭਾਈ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ, ਜਿਨ੍ਹਾਂ ਨੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨਾਂ ਦੇ ਪਾਵਨ ਪਵਿੱਤਰ ਧੜ ਦਾ ਸੰਸਕਾਰ ਆਪਣੇ ਘਰਾਣੇ ਵਿੱਚ ਕੀਤਾ, ਆਪਣੇ ਨਿਵਾਸ ਸਥਾਨ ਦੇ ਵਿੱਚ ਕੀਤਾ। ਉਹ ਭਾਈ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ, ਤਿਨਾਂ ਦੀ ਸਪੁੱਤਰੀ ਦੇ ਨਾਲ ਭਾਈ ਸਾਹਿਬ ਦੇ ਆਨੰਦ ਪੜ੍ਹੇ ਗਏ, ਆਨੰਦ ਕਾਰਜ ਹੋਇਆ। ਭਾਈ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਨੇ ਜਿੱਥੇ ਮਹਾਰਾਜ ਦੇ ਧੜ ਦਾ ਸਰੀਰ ਦਾ ਸੰਸਕਾਰ ਕੀਤਾ, ਕਹਿੰਦੇ ਉਸ ਥਾਂ ਤੇ ਅੱਜ ਗੁਰਦੁਆਰਾ ਸਾਹਿਬ ਹੈ, ਜਿਸ ਦੇ ਆਪਾਂ ਦਰਸ਼ਨ ਕਰਦੇ ਹਾਂ। ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਦਿੱਲੀ ਵਿਖੇ ਸੁਭਾਏਮਾਨ ਹੈ। ਅੱਜ ਵੀ ਦਰਸ਼ਨ ਪਰਸਦੇ ਹਾਂ, ਸੰਗਤਾਂ ਅੱਜ ਵੀ ਦਰਸ਼ਨ ਕਰਦੀਆਂ ਨੇ। ਉਹ ਅਸਥਾਨ ਮਹਾਨ ਪਾਵਨ ਪਵਿੱਤਰ ਇਤਿਹਾਸਕ ਸਥਾਨ ਹੈ ਸਤਿਗੁਰਾਂ ਜੀ ਦਾ, ਜਿੱਥੇ ਮਹਾਰਾਜ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਹੈ ਲੱਖੀ ਸ਼ਾਹ ਵਣਜਾਰੇ ਨੇ। ਉਸ ਲੱਖੀ ਸ਼ਾਹ ਵਣਜਾਰਾ ਜੀ ਦੀ ਸਪੁੱਤਰੀ ਨਾਲ ਭਾਈ ਸਾਹਿਬ ਦੇ ਆਨੰਦ ਕਾਰਜ ਹੋਏ ਨੇ। ਫਿਰ ਪਰਿਵਾਰ ਸਮੇਤ ਮੁੜ ਗੁਰੂ ਘਰ ਵਿੱਚ ਆਏ। ਕੁਝ ਸਮਾਂ ਪਰਿਵਾਰ ਵਿੱਚ ਰਹੇ ਨੇ। ਵਿਆਹ ਤੋਂ ਉਪਰੰਤ ਫਿਰ ਪਰਿਵਾਰ ਨੂੰ ਨਾਲ ਲੈ ਕੇ ਆ ਗਏ। ਸਮਾਂ ਆਇਆ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ ਨੇ। ਬਾਲਾ ਪ੍ਰੀਤਮ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਸੰਗਤਾਂ ਨੂੰ ਤਾਰਿਆ, ਉਹਨਾਂ ਦੇ ਵੀ ਦਰਸ਼ਨ ਪਰਸਨ ਗਏ ਨੇ। 1664 ਈਸਵੀ ਤੱਕ ਮਹਾਰਾਜ ਗੁਰਗੱਦੀ ਤੇ ਬਿਰਾਜੇ। ਉਸ ਤੋਂ ਉਪਰੰਤ ਮਹਾਰਾਜ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਜੋਤੀ ਜੋਤ ਸਮਾ ਗਏ। ਵੇਖੋ ਕਿੱਡੇ ਚੰਗੇ ਭਾਗ ਨੇ ਭਾਈ ਸਾਹਿਬ ਦੇ, ਕਿੰਨੇ ਸਤਿਗੁਰਾਂ ਦੇ ਦਰਸ਼ਨ ਪਰਸੇ। ਪਹਿਲਾਂ 7ਵੇਂ ਸਤਿਗੁਰਾਂ ਦੇ, ਫਿਰ 8ਵੇਂ ਸਤਿਗੁਰਾਂ ਦੇ, ਇਸ ਪ੍ਰਕਾਰ ਫਿਰ ਹੁਣ 9ਵੇਂ ਸਤਿਗੁਰਾਂ ਦਾ ਸਮਾਂ। ਜਦੋਂ ਦਿੱਲੀ ਮਹਾਰਾਜ ਨੇ ਉਪਦੇਸ਼ ਦਿੱਤਾ ਨਾ, ਭਾਈ ਬਾਬਾ ਬਸਹਿ ਗ੍ਰਾਮ ਬਕਾਲੇ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਹਨਾਂ ਦੇ ਦਰਸ਼ਨ ਕਰਨੇ ਨੇ, ਭਾਈ ਬਾਬਾ ਬਕਾਲਾ ਸਾਹਿਬ ਚਲੇ ਜਾਓ। ਮਾਤਾ ਸੁਲੱਖਣੀ ਜੀ ਨਾਲ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਆਏ ਨੇ। ਬਾਬਾ ਬਕਾਲਾ ਸਾਹਿਬ ਵਿਖੇ ਮਹਾਰਾਜ ਦੇ ਦਰਸ਼ਨ ਪਰਸੇ। ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਤਿਨਾਂ ਨੇ ਭਾਈ ਸਾਹਿਬ ਦੀ ਸੇਵਾ ਲਾ ਦਿੱਤੀ ਸੀ। ਕੁਝ ਸਮਾਂ ਨਾ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੇ ਬਾਬਾ ਬਕਾਲਾ ਸਾਹਿਬ ਨਗਰ ਵਿੱਚ ਫਿਰ ਸੇਵਾ ਨਿਭਾਈ। ਆਪ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਿਰ ਸ਼੍ਰੀ ਅਨੰਦਪੁਰ ਸਾਹਿਬ ਜਾ ਬਰਾਜੇ। ਉਸ ਸਥਾਨ ਤੇ ਮਹਾਰਾਜ ਨੇ ਜੋ ਥਾਂ ਖਰੀਦਿਆ ਸੀ ਸ਼੍ਰੀ ਅਨੰਦਪੁਰ ਸਾਹਿਬ ਵਾਲਾ, ਥਾਂ ਖਰੀਦ ਕਰਕੇ ਉਸ ਨਗਰ ਨੂੰ ਮਹਾਰਾਜ ਨੇ ਬੜਾ ਹੀ ਸੁੰਦਰ ਵਸਾਇਆ। ਉਸ ਨਗਰ ਵਿੱਚ ਫਿਰ ਮਹਾਰਾਜ ਨੇ ਨਿਵਾਸ ਸਥਾਨ ਕੀਤਾ। ਉੱਥੋਂ ਫਿਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਦੋਂ ਸਮਾਂ ਆਇਆ ਸ਼ਹੀਦੀ ਦਾ, 9 ਸਾਲ ਦੀ ਉਮਰ ਹੈ, ਸਤਿਗੁਰਾਂ ਦੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਆਪ ਤੋਰਿਆ। ਆਪ ਜੀਆਂ ਨੇ ਕੁਝ ਦਿਨ ਪਹਿਲਾਂ ਹੀ ਸਰਵਣ ਕੀਤਾ ਸੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਖ ਕਰਦੇ ਨੇ, ਲਾਲ ਜੀ ਆਯੂ ਛੋਟੀ ਹੈ, ਮੈਂ ਸੋਚਦਾ ਤੁਹਾਡਾ ਕੀ ਬਣੇਗਾ। ਹੱਥ ਜੋੜ ਲਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਿਮਰਤਾ ਵਿੱਚ ਆ ਕੇ ਬੇਨਤੀ ਕੀਤੀ, ਹਜੂਰ ਦਾਤਾ ਜੀ, ਐ ਗੁਰੂ ਪਿਤਾ ਜੀ, ਮਹਾਰਾਜ ਨੇ ਆਖਿਆ ਸੀ ਨਾ ਕਿ ਤੇਰੀ ਮਾਂ ਵਿਧਵਾ ਹੋ ਜਾਵੇਗੀ, ਤੂੰ ਅਨਾਥ ਹੋ ਜਾਵੇਂਗਾ। ਨਾ ਮਹਾਰਾਜ, ਮੈਂ ਅਨਾਥ ਕਿਵੇਂ ਹੋ ਸਕਦਾ? ਜਿਸ ਦੇ ਸੀਸ ਉੱਪਰ ਗੁਰੂ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀਆਂ ਦਾ ਮਿਹਰ ਭਰਿਆ ਹੱਥ ਹੋਵੇ, ਆਪ ਜੀ ਦੀ ਕਿਰਪਾ ਦ੍ਰਿਸ਼ਟੀ ਹੋਵੇ, ਉਹ ਬੱਚਾ ਅਨਾਥ ਕਿਵੇਂ ਹੋ ਸਕਦਾ ਹੈ? ਗੁਰੂ ਕੇ ਮਹਲ ਨੇ ਤੇ ਉਹ ਕਿਵੇਂ ਵਿਧਵਾ ਹੋ ਸਕਦੇ ਨੇ? ਆਪ ਤਾਂ ਸਦਾ ਸਾਡੇ ਵਿੱਚ ਹੋ, ਸਾਡੇ ਅੰਗ ਸੰਗ ਹੋ ਦਾਤਾ ਜੀ। ਫਿਰ ਨਾਲ ਇਹ ਵੀ ਬੇਨਤੀ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਆਖਿਆ, ਮਹਾਰਾਜ ਜੇ ਲੱਖਾਂ ਹਿੰਦੂਆਂ ਦੇ ਬੱਚੇ ਅਨਾਥ ਹੋਣ ਤੋਂ ਬਚਦੇ ਨੇ, ਜੇ ਲੱਖਾਂ ਹਿੰਦੂ ਇਸਤਰੀਆਂ ਵਿਧਵਾ ਹੋਣੋਂ ਬਚਦੀਆਂ ਨੇ, ਤੇ ਮਹਾਰਾਜ ਕੋਈ ਗੱਲ ਨਹੀਂ ਕਿ ਤੁਹਾਡਾ ਮਿਹਰ ਭਰਿਆ ਹੱਥ ਹੈ, ਤੁਹਾਡੀ ਕਿਰਪਾ ਦ੍ਰਿਸ਼ਟੀ ਹੈ, ਤੁਸੀਂ ਮੇਰੇ ਅੰਗ ਸੰਗੋ, ਮੈਂ ਅਨਾਥ ਕਿਵੇਂ ਹੋ ਸਕਦਾ? ਕਿਵੇਂ ਮਾਂ ਵਿਧਵਾ ਹੋ ਸਕਦੀ ਹੈ? ਉਹ ਤਾਂ ਗੁਰੂ ਮਹਲ ਨੇ, ਆਪ ਗੁਰੂਪਤੀ ਹੋ ਸੱਚੇ ਪਾਤਸ਼ਾਹ। ਇਹ ਫਿਰ ਪੂਰਨੇ ਪਾਏ। ਉਦੋਂ ਵੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਸਮੇਂ ਦਿੱਲੀ ਗਏ ਨੇ, ਕਈਆਂ ਨੇ ਤਾਂ ਇਹ ਵਿਚਾਰ ਦੱਸਿਆ ਇਤਿਹਾਸ ਵਿੱਚ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬਾਬਾ ਬਕਾਲਾ ਜੀ ਤੋਂ ਫਿਰ ਸ਼੍ਰੀ ਅਨੰਦਪੁਰ ਸਾਹਿਬ ਆ ਗਏ ਸਨ। ਕਈਆਂ ਨੇ ਜ਼ਿਕਰ ਕੀਤਾ ਨਾਲ ਗਏ ਸਨ, ਪਰ ਆਪ ਜੀ ਨੂੰ ਪਤਾ ਹੈ ਨਾਲ ਤਾਂ ਜੋ ਸਤਿਗੁਰਾਂ ਦੇ ਸ਼੍ਰੋਮਣੀ ਸਿੱਖ ਸਨ ਨਾ, ਜਿਵੇਂ ਭਾਈ ਸਾਹਿਬ ਭਾਈ ਮਤੀ ਦਾਸ ਜੀ, ਭਾਈ ਸਾਹਿਬ ਭਾਈ ਸਤੀ ਦਾਸ ਜੀ, ਇਸ ਪ੍ਰਕਾਰ ਭਾਈ ਸਾਹਿਬ ਭਾਈ ਦਿਆਲਾ ਜੀ ਵਰਗੇ ਇਹ ਗੁਰਸਿੱਖ ਨਾਲ ਸਨ। ਤੋ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਜਿਹੜੇ ਸਨ ਨਾ, ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨਾਂ ਦੇ ਚਰਨਾਂ ਵਿੱਚ ਹੀ ਰਹੇ। ਬਹੁਤ ਲੰਬਾ ਸਮਾਂ ਸੇਵਾ ਕੀਤੀ ਹੈ। ਕਹਿੰਦੇ ਵਿਦਿਆ ਬੜੀ ਪ੍ਰਾਪਤ ਕੀਤੀ, ਗ੍ਰੰਥ ਬੜੇ ਪੜ੍ਹੇ, ਨਾਲ ਜੋ ਗੁਰੂ ਘਰ ਦੀ ਰਵਾਇਤ ਸੀ ਸ਼ਸਤਰ ਵਿਦਿਆ ਵੀ ਸਾਧ ਸੰਗਤ ਜੀ ਪਰਪੱਕ ਹੋ ਗਏ, ਸ਼ਸਤਰ ਵਿਦਿਆ ਵੀ ਸਿੱਖ ਲਈ। ਇਹ ਗੁਰੂ ਘਰ ਦੀ ਰਵਾਇਤ ਹੈ, ਕਿਉਂਕਿ ਮਹਾਰਾਜ ਨੇ ਆਖਿਆ ਸੀ ਭਾਈ ਛਤਰੀ ਪੁੱਤਰ ਹਾਂ ਸੀ, ਛਤਰੀ ਕੋ ਪੂਤ ਹੋ ਬਾਹਮਣ ਕੋ ਨਾ ਹੈ। ਇਸ ਪ੍ਰਕਾਰ ਜੇ ਛਤਰੀ ਪੁੱਤਰ ਆ ਤੇ ਸ਼ਸਤਰ ਧਾਰੀ ਹੋ ਕੇ ਰਹਿਣਾ, ਤਿਆਰ ਬਰ ਤਿਆਰ ਖਾਲਸਾ ਬਣ ਕੇ ਰਹਿਣਾ। ਮਹਾਰਾਜ ਨੇ ਫਿਰ ਜਦੋਂ 1699 ਈਸਵੀ ਵਿੱਚ ਖਾਲਸਾ ਸਾਜਿਆ, ਆਪ ਪੰਜਾਂ ਨੂੰ ਪਹੁਲ ਦੇ ਕਰਕੇ ਨਵਾਜਿਆ ਗਰੀਬ ਨਵਾਜ ਨੇ। ਆਪ ਫਿਰ ਅੰਮ੍ਰਿਤ ਦੀ ਦਾਤ ਲਈ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਇਤਿਹਾਸ ਭਾਵੇਂ ਲੰਮੇਰਾ ਹੈ, ਪਰ ਦਾਸ ਟੂਕ ਮਾਤਰ ਹੀ ਬੇਨਤੀ ਕਰ ਰਿਹਾ, ਕਿਉਂਕਿ ਆਪਾਂ ਗੁਰ ਇਤਿਹਾਸ ਵੀ ਸਰਵਣ ਕਰਨਾ ਹੈ, ਸਮਾਂ ਬਹੁਤਾ ਨਹੀਂ। ਇਸ ਪ੍ਰਕਾਰ ਕਹਿੰਦੇ ਜਦੋਂ ਮਹਾਰਾਜ ਨੇ ਕਿਰਪਾ ਕੀਤੀ, ਫਿਰ ਸਾਰੇ ਜਿੰਨੇ ਸ਼੍ਰੋਮਣੀ ਸਿੱਖ ਸਨ, ਭਾਈ ਸਾਹਿਬ ਭਾਈ ਮਣੀ ਸਿੰਘ ਜੀ ਵਰਗੇ, ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ, ਤਿਨਾਂ ਨੂੰ ਵੀ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦੇ ਕਰਕੇ ਨਵਾਜਿਆ ਹੈ। ਤੇ ਮਣੀਏ ਤੋਂ ਜਾਂ ਇਉਂ ਕਹਿ ਲਓ ਮਣੀ ਰਾਮ ਤੋਂ ਭਾਈ ਸਾਹਿਬ ਭਾਈ ਮਣੀ ਸਿੰਘ ਬਣਾ ਦਿੱਤਾ, ਤੇ ਦੀਪ ਤੋਂ ਜਾਂ ਦੀਪਾ ਨਾਂ ਸੀ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਨਾਮ ਹੈ। ਮਹਾਰਾਜ ਨੇ ਆਪ ਪ੍ਰਚਲਿਤ ਕੀਤੇ ਨੇ। ਐਸੀਆਂ ਬਖਸ਼ਿਸ਼ਾਂ ਗੁਰੂਦੇਵ ਨੇ ਕੀਤੀਆਂ ਨੇ, ਦਾਤਾ ਜੀ ਨੇ ਨਵਾਜਿਆ। ਦਿਆਲੂ ਕਿਰਪਾਲੂ ਸਤਿਗੁਰਾਂ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ, ਬਹੁਤ ਬੇਅੰਤ ਬਖਸ਼ਿਸ਼ਾਂ ਵਰਤਾਈਆਂ।
ਇਉਂ ਮਹਾਰਾਜ ਨੇ ਨਵਾਜਿਆ। ਫਿਰ ਜੰਗਾ ਯੁੱਧਾਂ ਦਾ ਸਮਾਂ ਆਇਆ, ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ। ਮਹਾਰਾਜ ਨੇ ਅਨੰਦਪੁਰ ਦੀ ਗੜੀ ਭਾਵ ਆਨੰਦਗੜ੍ਹ ਦਾ ਕਿਲ੍ਹਾ ਛੱਡਿਆ। ਸਰਸਾ ਕੰਢੇ ਪਰਿਵਾਰ ਵਿਛੜਿਆ ਨਾ ਜਿਸ ਸਮੇਂ। ਸਮਾਪਤੀ ਵੱਲ ਵਧੀਏ ਇਤਿਹਾਸ ਦੀ। ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਨੂੰ ਫਿਰ ਹੁਕਮ ਕੀਤਾ ਦਾਤਾ ਜੀ ਨੇ। ਜਿਸ ਸਮੇਂ ਇਹ ਸਾਧ ਸੰਗਤ ਜੀ ਸਾਰਾ ਕੁਝ ਵਾਪਰ ਰਿਹਾ ਸੀ ਨਾ, ਤਿਸ ਸਮੇਂ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਦੇ 5 ਪੁੱਤਰ ਸਨ ਜੋ ਵਿੱਚ ਸ਼ਹੀਦ ਹੋਏ। ਇਤਿਹਾਸ ਵਿੱਚ ਜ਼ਿਕਰ ਹੈ, ਜਦੋਂ ਆ ਸਰਸਾ ਕੰਢੇ ਵਿਛੋੜਾ ਪਿਆ ਨਾ, ਉਦੋਂ ਵੀ ਇੱਕ ਪੁੱਤਰ ਦੀ ਸ਼ਹੀਦੀ ਹੋਈ ਹੈ ਭਾਈ ਮਨੀ ਸਿੰਘ ਸਾਹਿਬ ਜੀ ਦੇ। ਇੱਕ ਪੁੱਤਰ ਉਹ ਸੀ ਜਿਹਦਾ ਨਾਮ ਬੜਾ ਪ੍ਰਚਲਿਤ ਹੈ। ਇੱਕ ਤਾਂ ਬਾਬਾ ਜੀ ਬਾਬਾ ਉਦੇ ਸਿੰਘ ਜੀ ਸਨ, ਭਾਈ ਸਾਹਿਬ ਜੀ ਦੇ ਸਪੁੱਤਰ ਸਨ। ਇੱਕ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ, ਜਿਨ੍ਹਾਂ ਨੇ ਹਾਥੀ ਦੇ ਮੱਥੇ ਵਿੱਚ ਨਾਗਣੀ ਮਾਰੀ ਸੀ, ਉਹ ਭਾਈ ਬਚਿੱਤਰ ਸਿੰਘ ਸੂਰਮਾ, ਜਿਨ੍ਹਾਂ ਦੀ ਨਾਗਣੀ ਦੇ ਅੱਜ ਵੀ ਆਪਾਂ ਦਿਦਾਰੇ ਕਰਦੇ ਹਾਂ, ਜੋ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਸ੍ਰੀ ਅਨੰਦਪੁਰ ਸਾਹਿਬ ਹੀ ਬਿਰਾਜਮਾਨ ਹੈ। ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ ਉਹ ਨਾਗਣੀ। ਉਹ ਭਾਈ ਬਚਿੱਤਰ ਸਿੰਘ ਵੀ ਸ਼ਹੀਦ ਹੋਏ ਨੇ ਕੋਟਲਾ ਨਿਹੰਗ ਖਾਂ ਵਿਖੇ। ਨਿਹੰਗ ਖਾਂ ਕੋਟਲਾ ਰੋਪੜ ਦੇ ਕੋਲ ਪੈਂਦਾ ਹੈ, ਜਿੱਥੇ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਹੈ ਨਾ, ਤੇ ਇਸ ਦੇ ਬਿਲਕੁਲ ਨਜ਼ਦੀਕ ਹੈ। ਉਸ ਥਾਂ ਤੇ ਕਹਿੰਦੇ ਭਾਈ ਸਾਹਿਬ ਜਦੋਂ ਇਉਂ ਹੀ ਹਮਲਾ ਕੀਤਾ ਨਾ, ਜਦੋਂ ਇਹਨਾਂ ਤੁਰਕਾਂ ਨੇ, ਫਿਰ ਵਿੱਚ ਵਾਰ ਵੱਜ ਗਿਆ ਸੀ ਜੰਗ ਦੇ ਵਿੱਚ। ਫਿਰ ਮਹਾਰਾਜ ਨੇ ਕੋਟਲਾ ਨਿਹੰਗ ਖਾਂ ਕੋਲ ਛੱਡ ਦਿੱਤਾ ਸੀ। ਉੱਥੇ ਫਿਰ ਕੁਝ ਸਮਾਂ ਰਹਿ ਕੇ ਭਾਈ ਬਚਿੱਤਰ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। 3 ਜਿਹੜੇ ਪੁੱਤਰ ਸਨ ਉਹ ਫਿਰ ਸ਼੍ਰੀ ਚਮਕੌਰ ਸਾਹਿਬ, ਚਮਕੌਰ ਦੀ ਗੜੀ ਵਿੱਚ ਕਮਸਾਨ ਦਾ ਜਿਹੜਾ ਯੁੱਧ ਹੋਇਆ ਨਾ, ਜਿੱਥੇ ਸਤਿਗੁਰਾਂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਜੀ ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਸ਼ਹੀਦ ਹੋਏ। ਤਿਸ ਥਾਂ ਤੇ 2 ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਨਾਲ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਦੇ 3 ਸਪੁੱਤਰ ਉੱਥੇ ਸ਼ਹੀਦ ਹੋਏ। ਇਹ ਇਤਿਹਾਸ ਵਿੱਚ ਜ਼ਿਕਰ ਹੈ। ਇਹ ਸਾਡਾ ਇਤਿਹਾਸ ਹੈ ਸਾਧ ਸੰਗਤ ਜੀ, ਜੋ ਸਾਡੇ ਪੂਰਵਜਾਂ ਨੇ ਸਾਡੇ ਤਾਈਂ ਪਹੁੰਚ ਕੀਤੀ ਹੈ। ਜੇ ਅੱਜ ਨਾ ਇਸ ਇਤਿਹਾਸ ਤੋਂ ਜਾਣੂ ਹੋਵਾਂਗੇ, ਕਿਵੇਂ ਪਤਾ ਲੱਗੇਗਾ ਅਸੀਂ ਕੌਣ ਆ, ਕਿੱਥੋਂ ਆਏ ਆ, ਕੀ ਸਾਡੇ ਪੂਰਵਜਾਂ ਦਾ ਇਤਿਹਾਸ ਹੈ। ਇਸ ਕਰਕੇ ਅੱਜ ਲੋੜ ਹੈ ਸਾਨੂੰ ਆਪਣੇ ਪੂਰਵਜ ਦਾ ਇਤਿਹਾਸ ਜਾਣਨ ਦੀ। ਇਹ ਗੁਰੂ ਘਰ ਦੀ ਰਵਾਇਤ ਹੈ, ਮਰਿਆਦਾ ਹੈ, ਸਿਧਾਂਤ ਹੈ, ਸਤਿਗੁਰਾਂ ਜੀ ਦੇ ਦਰ ਘਰ ਦਾ ਉਪਦੇਸ਼ ਹੈ। ਜੋ ਇਤਿਹਾਸ ਹੈ ਉਸ ਨੂੰ ਵਾਚਣਾ ਚਾਹੀਦਾ, ਜਾਣਨਾ ਚਾਹੀਦਾ, ਤਾਂ ਹੀ ਪਤਾ ਲੱਗ ਸਕੇਗਾ। ਇਉਂ 5 ਪੁੱਤਰ ਸ਼ਹੀਦ ਹੋਏ, ਸਾਰਾ ਪਰਿਵਾਰ ਸ਼ਹੀਦਾਂ ਦਾ। ਫਿਰ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਜਦੋਂ ਪਰਿਵਾਰ ਵਿਛੜਿਆ, ਮਾਤਾ ਜੀ ਨੂੰ ਲੈ ਕਰਕੇ ਸਤਿਗੁਰਾਂ ਜੀ ਦੇ ਮਹਲ ਨੂੰ ਦਿੱਲੀ ਵੱਲ ਮਹਾਰਾਜ ਨੇ ਰਵਾਨਾ ਕੀਤਾ। ਦਿੱਲੀ ਵੱਲ ਲੈ ਕੇ ਗਏ ਨੇ। ਜੰਗਾ ਯੁੱਧਾਂ ਤੋਂ ਵਿਹਲੇ ਹੋਣ ਉਪਰੰਤ ਜਦੋਂ ਸਤਿਗੁਰੂ ਜੀ ਤਲਵੰਡੀ ਸਾਬੋ ਕੀ ਤਲਵੰਡੀ ਤਖਤ ਅਸਥਾਨ ਸ਼੍ਰੀ ਦਮਦਮਾ ਸਾਹਿਬ ਵਿਖੇ ਜਾ ਬਰਾਜੇ ਨੇ, ਤਿਸ ਅਸਥਾਨ ਤੇ ਫਿਰ ਸੁਨੇਹਾ ਘੱਲਿਆ ਮਹਾਰਾਜ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੂੰ ਪਤਾ ਲੱਗਾ ਕਿ ਦੀਨ ਦੁਨੀਆ ਦੇ ਮਾਲਕ ਸਾਬੋ ਕੀ ਤਲਵੰਡੀ ਸ਼੍ਰੀ ਦਮਦਮਾ ਸਾਹਿਬ ਵਿਖੇ ਜਾ ਬਰਾਜੇ। ਉੱਥੇ ਫਿਰ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਸਤਿਗੁਰਾਂ ਜੀ ਦੇ ਮਹਲ ਨਾਲ ਨੇ, ਡੋਲੇ ਵਿੱਚ ਲੈ ਕਰਕੇ ਆਏ, ਹਜੂਰ ਦੇ ਦਰਸ਼ਨ ਪਰਸੇ। ਤਿਸ ਸਮੇਂ ਮਾਤਾ ਜੀ ਨੂੰ ਇਹ ਵੀ ਪਤਾ ਲੱਗਾ, ਮਾਤਾ ਜੀ ਮਾਤਾ ਅਜੀਤ ਕੌਰ ਜੀ, ਮਾਤਾ ਜੀ ਮਾਤਾ ਸੁੰਦਰ ਕੌਰ ਜੀ ਸਤਿਗੁਰਾਂ ਜੀ ਦੇ ਮਹਲ, ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਜਿਹੜੇ ਸਾਡੇ 4 ਸਾਹਿਬਜ਼ਾਦੇ ਨੇ ਨਾ, ਉਹ ਵੀ ਸ਼ਹੀਦ ਹੋ ਗਏ। ਕਿਉਂਕਿ ਸਾਰਾ ਜਿਹੜਾ ਜੰਗ ਦਾ ਸਮਾਂ ਉਹ ਲੰਘ ਗਿਆ। ਇੱਥੇ ਆ ਕਰਕੇ ਮਹਾਰਾਜ ਨੇ ਫਿਰ ਕੁਝ ਸਮਾਂ ਡੇਰਾ ਕੀਤਾ। ਉਸ ਤੋਂ ਉਪਰੰਤ ਜਦੋਂ ਸਤਿਗੁਰਾਂ ਜੀ ਨੇ ਬਾਣੀ ਦੀ ਰਚਨਾ ਕਰਨੀ ਸੀ ਨਾ, ਧੀਰਮਲੀਆਂ ਕੋਲ ਜਿਹੜਾ ਸਰੂਪ ਸੀ ਬਾਬਾ ਧੀਰਮਲ ਕੋਲ ਲੈਣ ਵਾਸਤੇ ਭੇਜਿਆ, ਇਨਕਾਰ ਕਰ ਦਿੱਤਾ ਕਿ ਜੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਤੇ ਆਪ ਬਾਣੀ ਰਚ ਲੈਣ। ਇਹ ਆਪ ਸ਼ਬਦ ਧੀਰਮਲੀਆਂ ਨੇ ਵਰਤੇ ਸੀ। ਉਸ ਸਮੇਂ ਮਹਾਰਾਜ ਨੇ ਆਖਿਆ ਜੇ ਐਦਾਂ ਦੀ ਗੱਲ ਹੈ ਤੇ ਆਓ ਫਿਰ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਅਤੇ ਬ੍ਰਹਮ ਗਿਆਨੀ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ, ਜੋ ਬਾਣੀ ਦੀ ਸਾਧ ਸੰਗਤ ਜੀ ਲਿਖਤ ਸੇਵਾ ਕੀਤੀ। ਸਤਿਗੁਰੂ ਜੀ ਪਹਿਲੇ ਪਹਿਰ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਬਾਣੀ ਉਚਾਰਦੇ ਸਨ।
ਫਿਰ ਸਾਧ ਸੰਗਤ ਜੀ ਅਗਲੇ ਪਹਿਰ ਜਾਂ ਇਉਂ ਕਹਿ ਲਓ ਜਿਵੇਂ ਅੰਮ੍ਰਿਤ ਵੇਲੇ ਬਾਣੀ ਮਹਾਰਾਜ ਉਚਾਰਦੇ ਸਨ, ਧੁਰ ਕੀ ਬਾਣੀ ਦਾ ਸਾਧ ਸੰਗਤ ਜੀ ਉਚਾਰ ਕਰਕੇ ਇਹ ਦੋਵੇਂ ਸਿੰਘ ਉਤਾਰਾ ਕਰਦੇ ਸੀ, ਲਿਖਦੇ ਸੀ। ਇਸ ਪ੍ਰਕਾਰ ਤੇ ਜਦੋਂ ਸੰਧਿਆ ਵੇਲੇ ਦਾ ਦੀਵਾਨ ਹੁੰਦਾ ਸੀ, ਫਿਰ ਜਿੰਨੀ ਵੀ ਬਾਣੀ ਮਹਾਰਾਜ ਇੱਕ ਦਿਨ ਵਿੱਚ ਧੁਰ ਕੀ ਬਾਣੀ ਉਚਾਰਨ ਕਰਦੇ, ਉਹਨਾਂ ਦੇ ਅਰਥ ਫਿਰ ਮਹਾਰਾਜ ਲੜੀਵਾਰੀ ਸਿੰਘਾਂ ਨੂੰ ਪੜ੍ਹਾਉਂਦੇ ਗਏ। ਉੱਥੇ ਜ਼ਿਕਰ ਆਉਂਦਾ ਹੈ ਕੁਝ 42-43 ਦੇ ਕਰੀਬ ਸਿੰਘ ਮੌਜੂਦ ਸਨ, ਜਿਨ੍ਹਾਂ ਵਿੱਚ ਸ਼੍ਰੋਮਣੀ ਸਿੰਘ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਵੀ ਮੌਜੂਦ ਸਨ। ਇਹਨਾਂ ਨੇ ਲਿਖਤ ਸੇਵਾ ਕੀਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਨਾਲ ਫਿਰ ਜਿਲਦ ਆਦਿਕ ਦੀ, ਕਾਗਜ਼ ਆਦਿਕ ਦੀ, ਕਲਮ ਆਦਿਕ ਦੀ, ਜੋ ਸਾਰੀ ਦਵਾਤ ਦੀ ਸੇਵਾ, ਇਸ ਪ੍ਰਕਾਰ ਇਹ ਸਾਰੀ ਜੋ ਪੰਜ ਪਿਆਰਿਆਂ ਨਾਲ ਕੀਤਾ ਹੋਇਆ ਮੇਰਾ ਪ੍ਰਾਣ ਹੈ ਨਾ, ਉਹ ਨਿਭ ਜਾਵੇ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬਚਨ ਕੀਤਾ ਨਾ, ਜਿਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਸੀ, ਕਹਿੰਦੇ ਸਮਾਂ ਆਵੇਗਾ ਬਾਬਾ ਜੀ, ਕਹਿੰਦੇ ਜੇ ਤੁਹਾਨੂੰ ਬਿਨਾਂ ਸੀਸ ਤੋਂ ਵੀ ਲੜਨਾ ਪੈ ਗਿਆ ਨਾ, ਸਮਾਂ ਆਵੇਗਾ ਮੌਤ ਵੀ ਤੁਹਾਡਾ ਰਾਹ ਨਹੀਂ ਰੋਕ ਸਕੇਗੀ। ਆਖੋ ਸਤਨਾਮ ਸ਼੍ਰੀ। ਇਹ ਬਚਨ ਉਸ ਸਮੇਂ ਮਹਾਰਾਜ ਨੇ ਕੀਤਾ ਸੀ ਗਰੀਬ ਨਵਾਜ ਨੇ। ਤੋ ਫਿਰ ਜਦੋਂ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਨੂੰ ਪੁੱਛਿਆ, ਮਹਾਰਾਜ ਆਪ ਕਿਰਪਾ ਕਰੋ, ਗੁਰਸਿੱਖੀ ਕੇਸਾ ਸਵਾਸਾ ਸੰਗ ਨੇ ਵਜਾਏ। ਮਹਾਰਾਜ ਨੇ ਆਖਿਆ ਸੀ ਸਮਾਂ ਆਵੇਗਾ ਭਾਈ ਸਾਹਿਬ ਜੀ, ਇਤਿਹਾਸ ਗਵਾਹ ਹੈ ਸਾਡਾ। ਇਹ ਜ਼ਿਕਰ ਆਉਂਦਾ ਇਤਿਹਾਸ ਵਿੱਚ, ਬਚਨ ਕੀਤਾ ਸੀ ਭਾਈ ਸਾਹਿਬ ਜੀ, ਜੇ ਸਮਾਂ ਆਉਣ ਤੇ ਬੰਦ ਵੀ ਤੁਹਾਡਾ ਕੱਟਿਆ ਗਿਆ ਤੇ ਤੁਹਾਡਾ ਆਨੰਦ ਜਿਹੜਾ ਹੈ ਉਹ ਕਦੀ ਵੀ ਬੇਰਸ ਨਹੀਂ ਹੋਵੇਗਾ। ਆਪ ਸਦਾ ਇੱਕ ਰਸ ਆਨੰਦ ਵਿੱਚ ਰਹੋਗੇ। ਗੱਜ ਕੇ ਆਖੋ ਸਤਨਾਮ ਸ਼੍ਰੀ। ਇਹ ਬਚਨ ਉਸ ਸਮੇਂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਕੀਤੇ ਸੀ। ਆਪ ਆਨੰਦ ਪ੍ਰਸੰਨ ਰਹੋਗੇ, ਇੱਕ ਰਸ ਰਹੋਗੇ, ਤੁਹਾਨੂੰ ਕੋਈ ਵੀ ਜਿਹੜੀ ਦਰਦ ਤਕਲੀਫ ਦੁੱਖ ਮਹਿਸੂਸ ਨਹੀਂ ਹੋਵੇਗਾ। ਤੇ ਦੋਵੇਂ ਹੀ ਸਾਧ ਸੰਗਤ ਜੀ ਜੋ ਸਤਿਗੁਰਾਂ ਨੇ ਬਚਨ ਕੀਤੇ ਨੇ, ਸਤ ਹੋ ਕਰਕੇ ਇਹ ਸੰਪੂਰਨ ਹੋਏ ਨੇ। ਸਮਾਂ ਆਇਆ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬਿਨਾਂ ਧੜ ਤੋਂ ਜਿਹੜਾ ਸੀਸ ਸੀ ਤਲੀ ਟਕਾ ਕੇ ਜੂਝਦੇ ਰਹੇ ਨੇ। ਅੱਜ ਕਈ ਤਰਕਵਾਦੀ ਤਰਕ ਅਖੇ ਜੀ ਐ ਕਿਵੇਂ ਲੜਦੇ ਰਹੇ ਨੇ। ਇਹ ਸਾਧ ਸੰਗਤ ਜੀ ਸਾਡੇ ਵਰਗੇ ਨਹੀਂ ਸੀ ਨਾ 8 ਵਜੇ ਉੱਠਣ ਵਾਲੇ, ਸੂਰਜਮੁਖੀ ਸਿੱਖ ਥੋੜਾ ਸੀ ਉਦੋਂ। ਅੱਜ ਕੱਲ੍ਹ ਤੇ ਜੇ ਸਰਦੀਆਂ ਦਾ ਸਮਾਂ ਆ ਜਾਏ ਤੇ ਫਿਰ ਬਿਸਤਰੇ ਚੋਂ ਨਿਕਲਦੇ ਹੀ 8-8 ਵਜੇ ਨੇ ਲੋਕ, 7-7 ਵਜੇ। ਉਹ ਫਿਰ ਆਪਣੇ ਵਰਗਾ ਹੀ ਸਮਝਦੇ ਨੇ, ਖਰੇ ਸਾਡੇ ਵਰਗੇ ਹੀ ਹੋਣਗੇ, ਪਰ ਨਹੀਂ। ਸਾਧ ਸੰਗਤ ਜੀ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਰਹਿਣ ਵਾਲੇ, ਹਰ ਸਮੇਂ ਸਤਿਗੁਰਾਂ ਜੀ ਦੇ ਦਰਸ਼ਨ ਪਰਸਣ ਵਾਲੇ, ਮਹਾਰਾਜ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਗੁਰਬਾਣੀ ਸਰਵਣ ਕਰਨ ਵਾਲੇ ਐਸੇ ਧਨਤਾ ਦੇ ਯੋਗ ਹੋਏ। ਮਹਾਰਾਜ ਨੇ ਆਪ ਬਾਣੀ ਲਿਖਵਾਈ ਜਿਨ੍ਹਾਂ ਤੋਂ। ਐਸੇ ਸ਼੍ਰੋਮਣੀ ਸਿੱਖ, ਐਵੇਂ ਨਹੀਂ ਘੱਲ ਨਾ ਘਾਲੀ, ਬਦੇ ਮੁਕਤ ਕੀਤਾ ਮਹਾਰਾਜ ਨੇ। ਸਰੀਰ ਦੀ ਪਕੜ ਨਹੀਂ ਰਹੀ। ਇਹ ਉਹੀ ਐਡੀ ਵੱਡੀ ਘੱਲ ਨਾ ਘਾਲ ਸਕਦਾ ਜਿਹੜਾ ਸਰੀਰ ਤੋਂ ਉੱਪਰ ਉੱਠ ਗਿਆ, ਸਰੀਰ ਦੀ ਬਿਰਤੀ ਤੋਂ ਪਰਾਂ ਹੋ ਗਿਆ, ਜਿਹੜਾ ਬਦੇ ਮੁਕਤ ਹੋ ਗਿਆ। ਇਸ ਪ੍ਰਕਾਰ ਸਾਧ ਸੰਗਤ ਜੀ ਸ਼ੰਕਾ ਨਹੀਂ ਕਰਨਾ ਚਾਹੀਦਾ। ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਨੇ ਬੰਦ ਕਟਵਾਇਆ, ਕਹਿ ਕੇ ਕਟਵਾਇਆ। ਜਦੋਂ ਫਿਰ ਸਮਾਂ ਆਇਆ ਸਾਧ ਸੰਗਤ ਜੀ, ਇਸ ਪ੍ਰਕਾਰ ਇਤਿਹਾਸ ਵਿੱਚ ਜ਼ਿਕਰ ਹੈ। ਹੋਰ 2-4 ਮਿੰਟਾਂ ਵਿੱਚ ਹੀ ਸਮਾਪਤੀ ਕਰੀਏ, ਬਹੁਤ ਸਮਾਂ ਲੱਗ ਜਾਵੇਗਾ। ਇਤਿਹਾਸ ਵਿੱਚ ਜ਼ਿਕਰ ਆਇਆ, ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ, ਹੈਡ ਗ੍ਰੰਥੀ ਥਾਪ ਕਰਕੇ ਸੇਵਾ ਲਾਈ ਭਾਈ ਮਣੀ ਸਿੰਘ ਸਾਹਿਬ ਜੀ ਦੀ। ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਥਾਪੜਾ ਦੇ ਕਰਕੇ ਤੋਰਿਆ। ਕੁੱਲ ਉਮਰ ਉਸ ਵੇਲੇ ਭਾਈ ਸਾਹਿਬ ਜੀ ਦੀ 35 ਕੁ ਸਾਲ ਦੇ ਲਗਭਗ ਸੀ। ਇੱਦਾਂ ਵੀ ਜ਼ਿਕਰ ਆਉਂਦਾ ਕਿ ਮਾਤਾ ਸੁੰਦਰ ਕੌਰ ਜੀ ਨੇ ਮਹਾਰਾਜ ਨੂੰ ਇਹ ਆਖਿਆ ਸੀ ਕਿ ਸੇਵਾ ਦੇ ਦਿੱਤੀ ਜਾਵੇ, ਜਾਂ ਸਿੱਧੇ ਤੌਰ ਤੇ ਮਾਤਾ ਸੁੰਦਰ ਕੌਰ ਜੀ ਨੇ ਆਖਿਆ ਸੀ ਭਾਈ ਮਣੀ ਸਿੰਘ ਜੀ ਨੂੰ ਕਿ ਜਾ ਕੇ ਹੈਡ ਗ੍ਰੰਥੀ ਦੀ ਬਤੌਰ ਆਪ ਸੇਵਾ ਨਿਭਾਵੋ। ਇਸ ਪ੍ਰਕਾਰ ਇਤਿਹਾਸ ਵਿੱਚ ਵੱਖੋ ਵੱਖਰੇ ਇਤਿਹਾਸਕਾਰਾਂ ਦੀ ਮਤ ਦੇ ਅਨੁਸਾਰ, ਪਰ ਗੱਲ ਇੰਨੀ ਹੈ ਕਿ ਸੇਵਾ ਨਿਭਾਈ ਹੈ, ਹੈਡ ਗ੍ਰੰਥੀ ਰਹੇ ਨੇ। ਇਸੇ ਕਰਕੇ ਆਪਾਂ ਸਨਮਾਨਦੇ ਹਾਂ ਸਿੰਘ ਸਾਹਿਬ। ਇਹ ਸ਼ਬਦ ਤਾਂ ਵਰਤਿਆ ਜਾਂਦਾ।
ਸ਼੍ਰੀ ਹਰਿਮੰਦਰ ਸਾਹਿਬ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅਸਥਾਨ ਦੇ ਹੈਡ ਗ੍ਰੰਥੀ ਰਹੇ। ਸਮਾਂ ਐਸਾ ਆਇਆ ਸੀ, ਐਸੀ ਚੜ੍ਹਦੀ ਕਲਾ ਸੀ, ਅੱਜ ਕੱਲ੍ਹ ਵਾਂਗੂ ਨਹੀਂ ਸੀ ਨਾ, ਮੀਡੀਏ ਦਾ ਯੁੱਗ ਨਹੀਂ ਸੀ। ਅੱਜ ਕੱਲ੍ਹ ਤਾਂ ਨਾ ਕੋਈ ਗੱਲ ਹੁੰਦੀ ਹੈ ਬਿਨਾਂ ਕਿਸੇ ਕਾਰਨ ਤੋਂ, ਕਦੀ ਸ਼੍ਰੋਮਣੀ ਕਮੇਟੀ ਦੇ ਨਿੰਦਕ ਉੱਠ ਖੜੇ ਹੁੰਦੇ ਨੇ, ਕਦੀ ਕਿਸੇ ਕਮੇਟੀ ਨੂੰ ਨਿੰਦਣਾ ਸ਼ੁਰੂ ਕਰ ਦਿੰਦੇ ਨੇ। ਇਸ ਪ੍ਰਕਾਰ ਅੱਜ ਕੱਲ੍ਹ ਮੀਡੀਏ ਦਾ ਯੁੱਗ ਹੈ। ਤੋ ਮੀਡੀਏ ਦਾ ਤਾਂ ਇਹ ਕੰਮ ਹੀ ਹੈ ਨਾ ਸਾਧ ਸੰਗਤ ਜੀ। ਇਸ ਪ੍ਰਕਾਰ ਕੋਈ ਨਾ ਕੋਈ ਵਿਵਾਦ, ਜੇ ਨਿੱਕੀ ਵੀ ਗੱਲ ਹੁੰਦੀ ਹੈ ਉਸ ਨੂੰ ਵੱਡਾ ਕਰਕੇ ਵਿਖਾਉਣਾ, ਇਸ ਪ੍ਰਕਾਰ ਇਹ ਕੋਈ ਬਹੁਤਾ ਯੋਗ ਨਹੀਂ ਬਣਦਾ। ਤੋ ਅੱਜ ਕੱਲ੍ਹ ਮੀਡੀਏ ਦਾ ਯੁੱਗ ਹੈ। ਉਸ ਸਮੇਂ ਸਤਿਕਾਰ ਬੜਾ ਸੀ, ਸਿੰਘ ਸਾਹਿਬ ਜੀ ਦੇ ਹੁਕਮ ਨੂੰ ਸੱਤ ਕਰਕੇ ਜਾਣਿਆ ਜਾਂਦਾ ਸੀ। ਪਤਾ ਕਿਹਦੇ ਥਾਂ ਤੇ ਬੈਠੇ ਨੇ? ਸਭ ਤੋਂ ਪਹਿਲੇ ਮੁੱਖ ਗ੍ਰੰਥੀ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ, ਉਹਨਾਂ ਦੇ ਥਾਂ ਬੈਠੇ ਨੇ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ। ਇਉਂ ਸੇਵਾ ਕੀਤੀ, ਬੜੇ ਵਿਵਾਦਾਂ ਨੂੰ ਉਹਨਾਂ ਨੇ ਝਟਪਟ ਹੀ ਹੱਲ ਕੀਤਾ। ਉਦਾਹਰਣ ਦੇਵਾਂ, ਬੰਦਈ ਖਾਲਸਾ ਤਤ ਖਾਲਸਾ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੋਈ ਹੈ, ਦੋ ਧੜੇ ਹੋ ਗਏ, ਇੱਕ ਬੰਦਈ ਖਾਲਸਾ ਤਤ ਖਾਲਸਾ। ਭਾਈ ਮਣੀ ਸਿੰਘ ਸਾਹਿਬ ਜੀ ਨੂੰ ਪਤਾ ਲੱਗਾ, ਹੈਡ ਗ੍ਰੰਥੀ ਸਨ, ਤੇ ਇਸ ਸਮੇਂ ਅਰਦਾਸਾ ਸੋਧਿਆ, ਸਾਰਾ ਪੰਥ ਇਕੱਤਰ ਕੀਤਾ, ਦੋ ਚਿੱਠੀਆਂ ਸਰੋਵਰ ਵਿੱਚ ਪਾਈਆਂ ਨੇ। ਇੱਕ ਦੇ ਉੱਤੇ ਬਚਨ ਕਰ ਦਿੱਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਉਂ ਇੱਕ ਚਿੱਠੀ ਤੇ ਲਿਖਿਆ। ਇੱਕ ਚਿੱਠੀ ਤੇ ਹੋਰ ਸ਼ਬਦ ਲਿਖੇ ਸਨ ਸਾਧ ਸੰਗਤ ਜੀ। ਦੋਵਾਂ ਚਿੱਠੀਆਂ ਨੂੰ ਜਲ ਵਿੱਚ ਪਾਇਆ ਗਿਆ, ਇਹ ਕਹਿ ਕੇ ਕਿ ਜਿਹੜਾ ਤਤ ਖਾਲਸਾ ਹੋਵੇਗਾ, ਜੇ ਮਹਾਰਾਜ ਨੂੰ ਤਤ ਖਾਲਸਾ ਪ੍ਰਵਾਨ ਹੈ ਤੇ ਫਤਿਹ ਵਾਲੀ ਚਿੱਠੀ ਉੱਪਰ ਆਵੇਗੀ, ਜੇ ਬੰਦਈ ਖਾਲਸਾ ਪ੍ਰਵਾਨ ਹੈ ਤੇ ਫਿਰ ਦੂਸਰੀ ਚਿੱਠੀ ਆਵੇਗੀ, ਨਹੀਂ ਤਾਂ ਫਿਰ ਤੁਹਾਨੂੰ ਤਤ ਖਾਲਸੇ ਵਿੱਚ ਸ਼ਾਮਲ ਹੋਣਾ ਪਵੇਗਾ। ਉਸ ਵੇਲੇ ਪੰਥ ਨੇ ਸੱਤ ਆਖਿਆ ਤੇ ਚਿੱਠੀ ਆਈ ਸੀ। ਕੁਝ ਸਮੇਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਚਿੱਠੀ ਕਹਿੰਦੇ ਉੱਪਰ ਆ ਗਈ। ਜਦੋਂ ਸਰੋਵਰ ਦੇ ਵਿੱਚੋਂ ਚਿੱਠੀ ਉੱਪਰ ਆਈ ਹੈ, ਭਾਈ ਸਾਹਿਬ ਨੇ ਪੜ੍ਹੀ ਹੈ, ਸੰਗਤ ਵੇਖ ਕਰਕੇ ਹੈਰਾਨ ਹੋਈ ਹੈ, ਤੇ ਕਹਿੰਦੇ ਸਾਰਿਆਂ ਨੇ ਸਿਰ ਝੁਕਾ ਦਿੱਤਾ। ਸੱਤ ਵਚਨ ਕਹਿ ਕੇ ਫਿਰ ਇਹ ਵੀ ਜਿਹੜਾ ਵਿਵਾਦ ਸੀ ਪੰਥ ਦਾ ਮੇਟਿਆ, ਤਤ ਖਾਲਸਾ ਇਕੱਤਰ ਕੀਤਾ। ਭਾਈ ਸਾਹਿਬ ਦੀ ਬੜੀ ਵੱਡੀ ਦੇਣ ਸੀ। ਅਸਲ ਵਿੱਚ ਅੱਜ ਵੀ ਜਿਹੜੇ ਰਾਜਨੀਤਕ ਨੇ ਨਾ, ਉਹ ਪੰਥ ਦੀ ਏਕਤਾ ਅੱਜ ਵੀ ਨਹੀਂ ਵੇਖ ਸਕਦੇ, ਉਦੋਂ ਵੀ ਨਹੀਂ ਸੀ ਵੇਖ ਹੁੰਦੀ ਉਹਨਾਂ ਤੋਂ। ਉਦੋਂ ਵੀ ਇਹੀ ਰੌਲਾ ਸੀ, ਅੱਜ ਵੀ ਇਹੋ ਹੀ ਰੌਲਾ। ਅੱਜ ਦਰਅਸਲ ਮੀਡੀਏ ਦੇ ਯੁੱਗ ਕਾਰਨ ਜ਼ਿਆਦਾ ਵਿਵਾਦ ਖੜੇ ਕਰ ਦਿੱਤੇ ਗਏ ਨੇ। ਉਦੋਂ ਆਪਸੀ ਪ੍ਰੇਮ ਪਿਆਰ ਬਹੁਤਾ ਸੀ, ਕਿਸੇ ਦੇ ਵਿਰੁੱਧ ਕੋਈ ਬਹੁਤੀ ਗੱਲਬਾਤ ਨਹੀਂ ਸੀ ਹੁੰਦੀ, ਤੇ ਪ੍ਰੇਮ ਦੇ ਵਿੱਚ ਹੀ, ਪ੍ਰੀਤ ਦੇ ਨਾਲ ਹੀ ਸਾਰੇ ਵਿਵਾਦਾਂ ਨੂੰ ਆਪਸ ਵਿੱਚ ਹੱਲ ਕਰ ਲਿਆ ਜਾਂਦਾ ਸੀ। ਇਸ ਪ੍ਰਕਾਰ ਫਿਰ ਬੜੀ ਵੱਡੀ ਦੇਣ ਭਾਈ ਸਾਹਿਬ ਦੀ। ਸਮਾਂ ਆਇਆ ਦੀਵਾਲੀ ਦਾ, ਭਾਈ ਸਾਹਿਬ ਨੇ ਆਖਿਆ ਪੰਥ ਨੂੰ ਇਕੱਤਰ ਕੀਤਾ ਜਾਵੇ, ਬੜਾ ਸਮਾਂ ਹੋ ਗਿਆ, ਜੰਗਾਂ ਯੁੱਧਾਂ ਵਿੱਚ ਕਈ ਸਾਲ ਲੰਘ ਗਏ ਨੇ, ਦੀਵਾਲੀ ਨਹੀਂ ਸਿੱਖਾਂ ਨੇ ਮਨਾਈ, ਬੰਦੀ ਛੋੜ ਦਿਵਸ ਮਨਾਇਆ ਜਾਵੇ। ਸਾਰਿਆਂ ਨੂੰ ਚਿੱਠੀਆਂ ਘੱਲ ਦਿੱਤੀਆਂ। ਸਰਕਾਰ ਨੇ ਆਖਿਆ 5000 ਜਜੀਆ ਭਰਨਾ ਪਵੇਗਾ। ਕਹਿ ਦਿੱਤਾ ਭਰ ਦਿਆਂਗੇ, ਕਿੱਡੀ ਕੁ ਗੱਲ ਹੈ, ਜਦੋਂ ਸਿੱਖ ਸੰਗਤ ਇਕੱਤਰ ਹੋਵੇਗੀ 5000 ਦੀ ਕਿਹੜੀ ਗੱਲ ਹੈ। ਭਾਈ ਸਾਹਿਬ ਨੇ ਆਖਿਆ ਦੇ ਦਿਆਂਗੇ। ਜਿਸ ਸਮੇਂ ਕਹਿੰਦੇ 2-3 ਦਿਨ ਰਹਿ ਗਏ, ਦੀਵਾਲੀ ਨੂੰ ਪੁਰਬ ਆ ਗਿਆ ਨੇੜੇ, ਸਿੰਘ ਸੰਗਤਾਂ ਆਉਣ ਲੱਗ ਪਈਆਂ, ਵਹੀਰਾਂ ਕੱਤ ਕੇ ਜਥੇ ਰੂਪ ਵਿੱਚ ਸਾਰਿਆਂ ਨੇ ਆਉਣਾ ਆਰੰਭ ਕੀਤਾ। ਕਹਿੰਦੇ ਤੋਪਾਂ ਬੀੜ ਲਈਆਂ, ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹਰਿਮੰਦਰ ਸਾਹਿਬ ਦੀ ਪਰਿਕਰਮਾ ਨੂੰ। ਭਾਈ ਸਾਹਿਬ ਪੰਥਕ ਸਨ, ਪੰਥਕ ਆਗੂ ਸਨ, ਹੈਡ ਗ੍ਰੰਥੀ ਸਨ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿਵੇਕ ਬੁੱਧ ਦੇ ਮਾਲਕ ਗਿਆਨੀ ਧਿਆਨੀ ਸਨ। ਸਮਝ ਗਏ ਰਾਜਨੀਤੀ ਵਿੱਚ ਖੋਟ ਆ ਗਈ ਹੈ, ਇਹ ਸਾਰੀ ਕੌਮ ਨੂੰ ਇਕੱਤਰ ਵੇਖ ਕੇ ਝੱਲ ਨਹੀਂ ਸਕਦੇ। ਪਤਾ ਹੈ ਸਾਨੂੰ ਕਿ ਕੌਮ ਦਾ ਨੁਕਸਾਨ ਕਰਨਗੇ। ਉਸੇ ਦਿਨ ਹੀ ਚਿੱਠੀਆਂ ਘੱਲ ਦਿੱਤੀਆਂ ਕਿ ਖਾਲਸਾ ਜੀ, ਰਾਜਨੀਤਿਕਾਂ ਦੀ ਮੱਤ ਖੋਟੀ ਹੋ ਗਈ ਹੈ, ਇਸ ਕਰਕੇ ਤੁਸੀਂ ਦੀਵਾਲੀ ਮਨਾਉਣ ਨਾ ਆਇਓ, ਜੋੜ ਮੇਲਾ ਫਿਰ ਆਪਾਂ ਮਨਾ ਲਵਾਂਗੇ। ਇਹ ਕੌਮ ਦਾ ਨੁਕਸਾਨ ਕਰਨਾ ਚਾਹੁੰਦੇ ਨੇ, ਆਪੋ ਆਪਣੇ ਘਰੋਂ ਕਰੀ ਮੁੜ ਜਾਓ। ਜਿੱਥੇ ਸੰਗਤਾਂ ਵਿੱਚ ਆਨੰਦ ਸੀ, ਉੱਥੇ ਫਿਰ ਰੋਸ ਪੈਦਾ ਹੋਇਆ ਕਿ ਇਹ ਕਿਹੋ ਜਿਹਾ ਭਾਣਾ ਵਾਪਰ ਗਿਆ।
ਉਸ ਵੇਲੇ ਫਿਰ ਇਹ ਸਰਕਾਰ ਨੇ ਜਦੋਂ ਦੀਵਾਲੀ ਲੰਘ ਗਈ ਇਹ ਵਿਵਾਦ ਖੜਾ ਕੀਤਾ ਜੀ ਸਾਨੂੰ ਤਾਂ 5000 ਚਾਹੀਦਾ। ਭਾਈ ਸਾਹਿਬ ਆਖਣ ਲੱਗੇ ਸੰਗਤ ਤਾਂ ਭਾਈ ਤੁਸੀਂ ਆਉਣ ਨਹੀਂ ਦਿੱਤੀ ਤੇ 5000 ਕਿੱਥੋਂ ਦਈਏ? ਕਹਿੰਦੇ ਜਾਂ ਤਾਂ 5000 ਰੁਪਈਆ ਦੇ ਦਿਓ ਜਾਂ ਫਿਰ ਮੁਸਲਮਾਨ ਬਣ ਜਾਓ, ਧਰਮ ਕਬੂਲ ਲਓ। ਭਾਈ ਸਾਹਿਬ ਆਖਣ ਲੱਗੇ ਮੌਤ ਕਬੂਲ ਹੈ, ਇਹ ਸੂਰਮੇ ਦੀ ਨਿਸ਼ਾਨੀ ਹੈ। ਕਹਿੰਦੇ ਮੌਤ ਕਬੂਲ ਹੈ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਇਹ ਧਰਮ ਵਾਸਤੇ ਲੜਨਾ, ਮੈਂ ਧਰਮ ਨਹੀਂ ਛੱਡ ਸਕਦਾ। ਮੈਨੂੰ ਲਿਖ ਕੇ ਦੇ ਦਿਓ ਕਿ ਜੇ ਮੈਂ ਧਰਮ ਕਬੂਲ ਲਵਾਂ ਕੀ ਮੌਤ ਨਹੀਂ ਆਵੇਗੀ। ਤੇ ਉਸ ਤੋਂ ਫਿਰ ਇਹ ਸੁਣ ਕਰਕੇ ਨਾ ਭਾਈ ਸਾਹਿਬ ਜੀ ਦੇ ਬਚਨਾਂ ਨੂੰ ਕਹਿੰਦੇ ਜੀ ਨਹੀਂ ਮੌਤ ਤੇ ਆਉਣੀ ਹੋਈ ਹੈ, ਪਰ ਤੁਸੀਂ ਸਾਡਾ ਧਰਮ ਕਬੂਲ ਲਓ ਤੇ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਭਾਈ ਸਾਹਿਬ ਆਖਣ ਲੱਗੇ ਇੱਕ ਤਾਂ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਜਿਆ ਹੋਇਆ ਸਿੰਘ ਹੋਵਾਂ, ਉਤੋਂ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੋਵੇ, ਬਾਣੀ ਲਿਖਣ ਦੀ ਸੇਵਾ ਮਹਾਰਾਜ ਨੇ ਝੋਲੀ ਪਾਈ ਹੋਵੇ, ਤੇ ਫਿਰ ਵੀ ਜੇ ਬੇਮੁਖ ਹੋ ਕੇ ਦਾਗੀ ਹੋ ਕੇ ਸੰਸਾਰ ਤੋਂ ਜਾਵਾਂ ਫਿਰ ਤੇ ਲਾਹਣਤਾਂ ਨੇ ਨਾ। ਇਸ ਕਰਕੇ ਕਹਿੰਦੇ ਮੌਤ ਕਬੂਲ ਹੈ, ਮੈਨੂੰ ਕਲਗੀਧਰ ਜੀ ਦੀ ਗੋਦ ਵਿੱਚ ਜਾਣਾ ਕਬੂਲ ਹੈ, ਮੈਂ ਤੁਹਾਡਾ ਇਸਲਾਮ ਕਬੂਲ ਨਹੀਂ ਕਰਨਾ। ਹੁਕਮ ਕਰ ਦਿੱਤਾ ਬੰਦ ਕੱਟ ਦਿੱਤਾ ਜਾਵੇ। ਤਕਰੀਬਨ ਤੋਂ ਤਕਰੀਬਨ 90 ਸਾਲ ਦੀ ਉਮਰ, ਦਾੜਾ ਚਿੱਟਾ, ਬਜ਼ੁਰਗ ਸਰੀਰ ਹੈ, ਬੜੇ ਤਕੜੇ ਨੇ। ਐ ਖੁੱਲਾ ਡੁੱਲਾ ਚੁੱਸਾ ਭਾਈ ਸਾਹਿਬ ਦਾ ਦੇਖ ਕੇ ਦਗ ਦਗ ਕਰਦਾ ਚਿਹਰਾ ਭੁੱਖ ਲੈਂਦੀ ਹੈ, ਐਸਾ ਜਾਹੋ ਜਲਾਲ ਹੈ ਚਿਹਰੇ ਤੇ। ਕਹਿੰਦੇ ਜਿਸ ਸਮੇਂ ਬੰਦ ਕੱਟਣ ਲੱਗੇ ਨੇ ਵਸਤਰ ਲੋਹਾ ਦਿੱਤੇ, ਤੇੜ ਕਸ਼ਹਿਰਾ ਹੈ ਕੇਵਲ, ਹੱਥ ਕੜੀਆਂ ਲਾ ਕੇ ਕੈਦ ਕੀਤਾ ਗਿਆ। ਜਦੋਂ ਸਮਾਂ ਆਇਆ ਸ਼ਹੀਦੀ ਦਾ ਹੱਥ ਕੜੀਆਂ ਲੁਹਾ ਦਿੱਤੀਆਂ, ਵਸਤਰ ਲੋਹਾਏ, ਤੇੜ ਕਸ਼ਹਿਰਾ ਰਹਿ ਗਿਆ। ਕਹਿੰਦੇ ਜਲਾਦਾਂ ਨੂੰ ਸੱਦਿਆ, ਜਲਾਦ ਕੰਬ ਗਿਆ ਸੀ ਉਸ ਸਮੇਂ ਜਦੋਂ ਆਖਿਆ ਨਾ ਕਿ ਬੰਦ ਕੱਟਣਾ ਹੈ। ਕਹਿੰਦੇ ਉਸ ਜਲਾਦ ਨੇ ਜਦੋਂ ਟੋਕਾ ਫੜਿਆ ਤੇ ਇਸ ਥਾਂ ਤੋਂ ਭਾਵ ਗੁੱਟ ਤੋਂ ਟੋਕਾ ਮਾਰਨਾ ਆਰੰਭ ਕੀਤਾ। ਭਾਈ ਸਾਹਿਬ ਨੇ ਗੁੱਟ ਫੜ ਲਿਆ ਉਹਦਾ ਜਲਾਦ ਦਾ। ਕਹਿੰਦੇ ਇਹ ਕੀ ਕਰਦਾ ਹੈ? ਕਹਿੰਦੇ ਜੀ ਬੰਦ ਕੱਟਣ ਦਾ ਹੁਕਮ ਹੈ ਤੇ ਬੰਦ ਕੱਟ ਰਹੇ ਆ। ਕੱਟਣ ਲੱਗਾ। ਇਸ ਪ੍ਰਕਾਰ ਭਾਈ ਸਾਹਿਬ ਨੇ ਉਸ ਵੇਲੇ ਜੋ ਬੋਲ ਕਹੇ ਨਾ, ਜਲਾਦ ਵੀ ਸੁਣ ਕੇ ਕੰਬ ਉੱਠਿਆ ਸੀ ਵੀ ਇਹ ਕਿਹੋ ਜਿਹੇ ਨੇ ਸਿੱਖ, ਕਿਹੋ ਜਿਹਾ ਜਜ਼ਬਾ ਇਹਨਾਂ ਦੇ ਗੁਰੂ ਨੇ ਭਰ ਦਿੱਤਾ ਇਹਨਾਂ ਵਿੱਚ। ਜਲਾਦ ਵੀ ਕਹਿੰਦੇ ਸੁਣ ਕੇ ਕੰਬ ਗਿਆ। ਭਾਈ ਸਾਹਿਬ ਦੇ ਬੋਲ ਸਨ, ਕਹਿੰਦੇ ਆਪਣੇ ਮਾਲਕ ਦਾ ਹੁਕਮ ਮੰਨ ਐ ਜਲਾਦਾ। ਕਹਿੰਦੇ ਬੰਦ ਇੱਕ ਪੋਟੇ ਤੋਂ ਸ਼ੁਰੂ ਹੁੰਦਾ ਹੈ ਤੇ ਤੂੰ ਵਾਰ ਮੇਰੇ ਗੁੱਟ ਕੋਲ ਕਰੀ ਜਾਂਦਾ। ਇਸ ਕਰਕੇ ਜੇ ਬੰਦ ਕੱਟਣਾ ਹੈ ਤੇ ਪੋਟਾ ਕੱਟ ਦੇ। ਆਖੋ ਸਤਨਾਮ ਸ਼੍ਰੀ, ਗੱਜ ਕੇ ਆਖੋ ਸਤਨਾਮ ਸ਼੍ਰੀ। ਕਹਿੰਦੇ ਜੇ ਬੰਦ ਕੱਟਣਾ ਤੇ ਪੋਟੇ ਤੋਂ ਸ਼ੁਰੂ ਕਰ। ਸਾਧ ਸੰਗਤ ਜੀ ਆਪਾਂ ਤੇ ਸੁਣ ਸਕਦੇ ਆ, ਸੁਣਾ ਸਕਦੇ ਆ, ਬਸ ਇੰਨਾ ਕੀ ਕਰ ਸਕਦੇ ਆ। ਜਿਨ੍ਹਾਂ ਨੇ ਹੰਡਾਇਆ ਨਾ ਪਤਾ ਉਹਨਾਂ ਨੂੰ ਹੁੰਦਾ ਹੈ, ਜਾਂ ਜਿਨ੍ਹਾਂ ਨੇ ਵੇਖਿਆ। ਵੇਖਣ ਵਾਲੇ ਧਾਹਾਂ ਮਾਰ ਕੇ ਰੋਂਦੇ ਨੇ ਵੀ ਇਹ ਕੀ ਹੋ ਰਿਹਾ ਹੈ, ਕੀ ਜ਼ਾਲਮ ਜ਼ੁਲਮ ਕਮਾ ਰਹੇ ਨੇ। ਪਰ ਵੇਖੋ ਭਾਈ ਸਾਹਿਬ ਦੀ ਦ੍ਰਿੜਤਾ। ਬੰਦ ਕਹਿੰਦੇ ਨੇ ਭਾਵ ਜਿੱਥੇ ਸਰੀਰ ਵਿੱਚ ਜੋੜ ਹੋਣ, ਜਿਵੇਂ ਆ ਜੋੜ ਹੀ ਹੈ ਨਾ, ਆ ਵੇਖੋ ਆ ਜੋੜ ਹੈ, ਹਿਲਦਾ ਹੈ ਨਾ, ਇੱਥੇ ਜੋੜ ਹੈ। ਇਸ ਪ੍ਰਕਾਰ ਕਹਿੰਦੇ ਪੋਟਾ ਕੱਟ। ਤੂੰ ਗੁੱਟ ਕੋਲ ਵਾਰ ਕਰਦਾ, ਕੱਲਾ ਬੰਦ ਕਿਹਾ। ਇਹ ਸੁਣ ਕੇ ਉਹ ਵੀ ਕੰਬ ਗਿਆ ਸੀ, ਕਹਿੰਦਾ ਮੇਰੇ ਤੋਂ ਨਹੀਂ ਕੱਟ ਹੋਣਾ। ਐਡਾ ਦਰਵੇਸ਼ੀ, ਐਡਾ ਫਕੀਰ ਜਿਹੜਾ ਖੁਦ ਆਪਣੇ ਮੂੰਹ ਤੋਂ ਬੋਲ ਕੇ ਕਹਿ ਰਿਹਾ ਵੀ ਮੇਰੇ ਗੁੱਟ ਤੋਂ ਨਹੀਂ, ਬੰਦ ਮੇਰਾ ਕੱਟ ਦੇ। ਇਹ ਸੁਣਨਾ ਸੁਣਾਉਣਾ ਸੁੱਖ ਹੈ, ਘਾਲਣਾ ਘਾਲਣੀ। ਜਿਨ੍ਹਾਂ ਤੇ ਕਲਗੀਧਰ ਦਾ ਥਾਪੜਾ ਹੋਵੇ ਉਹੀ ਕਰ ਸਕਦੇ। ਸੱਚੇ ਪਾਤਸ਼ਾਹ ਨੇ ਜਿਨ੍ਹਾਂ ਤੇ ਬੇਅੰਤ ਬਖਸ਼ਿਸ਼ਾਂ ਵਰਤਾਈਆਂ। ਇਸ ਪ੍ਰਕਾਰ ਫਿਰ ਕਈਆਂ ਨੇ ਲਿਖਿਆ ਸ਼੍ਰੀ ਸੁਖਮਣੀ ਸਾਹਿਬ ਦਾ ਜਾਪ ਕੀਤਾ ਭਾਈ ਸਾਹਿਬ ਨੇ। ਬਹੁਤਾ ਜਿਹੜਾ ਜ਼ਿਕਰ ਆਉਂਦਾ ਕਈਆਂ ਨੇ ਫਿਰ ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ, ਕਿਉਂਕਿ ਜਿੰਨੇ ਵੀ ਗੁਰਸਿੱਖ ਹੋਏ ਨਾ ਸ਼ਹੀਦੀ ਸਮੇਂ ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਰਹੇ। ਇਤਿਹਾਸ ਵਿੱਚ ਆਉਂਦਾ ਸ਼੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ, ਭਾਵ ਕਹਿਣ ਦਾ ਕਿ ਬਾਣੀ ਪੜ੍ਹੀ ਸੀ। ਤੋ ਕਹਿੰਦੇ ਅੰਤ ਸਮੇਂ ਜਦੋਂ ਟੋਕਰਿਆਂ ਦੇ ਵਿੱਚ ਭਾਈ ਸਾਹਿਬ ਦਾ ਮਾਸ ਜਿਹੜਾ ਸੀ ਨਾ ਉਹ ਭਰ ਦਿੱਤਾ ਗਿਆ। ਇੱਕ ਨਹੀਂ ਕਈ ਟੋਕਰੇ ਭਰ ਗਏ।
ਕਿਉਂਕਿ ਆਪ ਆਖਿਆ ਸੀ ਕਿ ਬੰਦ ਬੰਦ ਪੋਟਾ ਪੋਟਾ ਕੱਟ ਦੇ। ਫਿਰ ਇਉਂ ਫਿਰ ਪੋਟਾ ਪੋਟਾ ਕਿੰਨੇ ਟੁਕੜੇ ਉਂਗਲੀਆਂ ਦੇ, ਫਿਰ ਹੱਥ ਦੇ, ਗੁੱਟ ਦਾ, ਕੂਹਣੀ ਦਾ, ਮੋਢੇ ਦਾ, ਇਸ ਪ੍ਰਕਾਰ ਫਿਰ ਧੜ ਦਾ, ਇਸ ਪ੍ਰਕਾਰ ਫਿਰ ਗੋਡੇ ਦਾ, ਫਿਰ ਪੈਰ ਦੀਆਂ ਉਂਗਲੀਆਂ, ਭਾਈ ਸਾਹਿਬ ਦੇ ਸਰੀਰ ਦਾ ਬੰਦ ਬੰਦ ਕੱਟਿਆ ਗਿਆ। ਉਸ ਤੋਂ ਬਾਅਦ ਫਿਰ ਕਈ ਟੋਕਰੇ ਭਰ ਗਏ। ਇਤਿਹਾਸ ਵਿੱਚ ਜ਼ਿਕਰ ਹੈ, ਕਹਿੰਦੇ ਜਦੋਂ ਸ਼੍ਰੀ ਸੁਖਮਣੀ ਸਾਹਿਬ ਜੀ ਦਾ ਜਾਪ ਕਰਦੇ ਸੀ ਨਾ, ਜਿਹੜੀ ਅਸ਼ਟਪਦੀ ਆਉਂਦੀ ਨਾ ਬ੍ਰਹਮ ਗਿਆਨੀ ਵਾਲੀ ਅਸ਼ਟਪਦੀ, ਉਹ ਅਸ਼ਟਪਦੀ ਤੇ ਭਾਈ ਸਾਹਿਬ ਦਾ ਸਾਰਾ ਸਰੀਰ ਬੰਦ ਬੰਦ ਹੋ ਗਿਆ ਸੀ। ਉਸ ਤੋਂ ਫਿਰ ਗਲਾ ਵੀ ਜਿਹੜਾ ਰਹਿ ਗਿਆ ਸੀ, ਜਲਾਦ ਨੇ ਗਲੇ ਤੇ ਵੀ ਵਾਰ ਕਰ ਦਿੱਤਾ। ਫਿਰ ਕੀ ਹੋਇਆ, ਕਹਿੰਦੇ ਉਹਨਾਂ ਟੁਕੜਿਆਂ ਦੇ ਵਿੱਚੋਂ ਵੀ ਆਵਾਜ਼ ਆਉਂਦੀ ਰਹੀ। ਇਹ ਇਤਿਹਾਸ ਹੈ ਸਾਡਾ ਸਾਧ ਸੰਗਤ ਜੀ। ਜਾਂ ਇਉਂ ਕਹਿ ਲਓ, ਸ਼੍ਰੀ ਜਪਜੀ ਸਾਹਿਬ ਦੀ ਬਾਣੀ ਦਾ ਜਦੋਂ ਜਾਪ ਕਰਦੇ ਸੀ ਤੇ ਆਵਾਜ਼ ਆਉਂਦੀ ਹੈ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਟੁਕੜਿਆਂ ਦੇ ਵਿੱਚੋਂ ਕਹਿੰਦੇ ਇਹੋ ਜੀ ਆਵਾਜ਼ ਆਈ ਹੈ, ਵੇਖ ਵੇਖ ਕੇ ਦੁਨੀਆ ਦੇ ਦਿਲ ਕੰਬ ਗਏ। ਜਲਾਦ ਜਿਸ ਨੇ ਬੰਦ ਬੰਦ ਕੱਟਿਆ ਅੰਦਰੋਂ ਕੰਬ ਗਿਆ ਕਿ ਹੋ ਕੀ ਗਿਆ, ਅੱਜ ਕਿਹੋ ਜੀ ਕੌਮ ਹੈ, ਕਿਹੋ ਜੇ ਬੜੀ ਬਹਾਦਰ ਸੂਰਮੇ ਸਤਿਗੁਰਾਂ ਨੇ ਪੈਦਾ ਕਰ ਦਿੱਤੇ। ਸੋ ਇਹ ਸਾਡਾ ਇਤਿਹਾਸ ਹੈ। ਸਵਾਸ ਸਵਾਸ ਰੋਮ ਰੋਮ ਕਰਕੇ ਨਮਸਕਾਰ ਹੈ। ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ, ਸਿੰਘ ਸਾਹਿਬ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਇਹ ਇਤਿਹਾਸ ਵਿੱਚ ਜ਼ਿਕਰ ਹੈ। ਐਵੇਂ ਨਹੀਂ ਕਮਾਈਆਂ ਸਾਧ ਸੰਗਤ ਜੀ ਕੀਤੀਆਂ ਜਾਂਦੀਆਂ, ਇਹ ਘੱਲ ਨਾ ਘਾਲੀ ਹੈ। ਨਿਤਾ ਪ੍ਰਤੀ 21 ਪਾਠ ਸ਼੍ਰੀ ਜਾਪ ਸਾਹਿਬ ਜੀ ਦੀ ਬਾਣੀ ਦੇ ਕਰਦੇ ਸੀ। 21 ਪਾਠ ਹਰ ਰੋਜ਼ ਭਾਈ ਸਾਹਿਬ ਦਾ ਇਹ ਨਿਤਨੇਮ ਸੀ। ਨਿਤਨੇਮ ਤੋਂ ਇਲਾਵਾ ਇਹ ਵੀ ਇੱਕ ਨਿਤਨੇਮ ਬਣਾਇਆ ਹੋਇਆ ਸੀ ਉਹਨਾਂ ਨੇ, ਜਿੱਥੇ 5 ਬਾਣੀਆਂ, ਫਿਰ ਸ਼ਾਮ ਦੀ ਬਾਣੀ, 7 ਬਾਣੀਆਂ ਦਾ ਨਿਤਨੇਮ ਕਰਨਾ, 5 ਗ੍ਰੰਥੀ 10 ਗ੍ਰੰਥੀ, ਇਉਂ ਫਿਰ ਸਹਿਜ ਪਾਠ ਵੀ ਕਰਦੇ ਰਹਿਣਾ। ਮਹਾਰਾਜ ਨੇ ਅਖੰਡ ਪਾਠ ਦੀ ਰਵਾਇਤ ਵੀ ਚਲਾ ਦਿੱਤੀ ਸੀ ਉਦੋਂ। ਇਉਂ ਬੇਅੰਤ ਬਾਣੀਆਂ ਦਾ ਵੀ ਜਾਪ ਕਰਨਾ, ਨਾਲ ਨਾਲ ਫਿਰ ਇਤਿਹਾਸ ਵੀ ਲਿਖਣਾ। ਇਉਂ ਬੜੀ ਵੱਡੀ ਦੇਣ ਹੈ। ਤੋ ਆਓ ਬਹੁਤਾ ਸਮਾਂ ਨਾਲ ਲਾਉਂਦਿਆਂ ਇੱਥੇ ਜੋ ਸ਼ਹੀਦੀ ਦੇ ਇਤਿਹਾਸ ਦੀ ਸਮਾਪਤੀ ਹੈ, ਆਓ ਜੋ ਗੁਰ ਇਤਿਹਾਸ ਚੱਲ ਰਿਹਾ ਹੈ, ਸਮਾਂ ਆਪਣੇ ਕੋਲ ਥੋੜ੍ਹਾ ਰਹਿ ਗਿਆ, ਚੰਦ ਮਿੰਟ ਹੀ ਬਾਕੀ ਨੇ। ਸੋ ਫਿਰ ਆਪਾਂ ਸਮਾਪਤੀ ਕਰਦੇ ਨਹੀਂ। ਆਪ ਜੀ ਨੇ ਸਰਵਣ ਕੀਤਾ ਸੀ ਕਿ ਮਹਾਰਾਜ ਜਦੋਂ ਰਵਾਲਸਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਆਏ ਨੇ, ਬੇਅੰਤ ਸੰਗਤਾਂ ਨੇ ਦਰਸ਼ਨ ਕੀਤੇ ਨੇ। ਇਉਂ ਫਿਰ ਭਾਈ ਸਾਹਿਬ ਭਾਈ ਨੰਦ ਲਾਲ ਜੀ, ਮਹਾਰਾਜ ਨੇ ਆਖਿਆ ਵੀ ਜੇ ਕਿਸੇ ਨੇ ਵੀ ਕੁਝ ਸਵਾਲ ਕਰਨਾ ਹੈ ਤੇ ਭਾਈ ਨੰਦ ਲਾਲ ਜੀ ਤੋਂ ਕਰ ਲਓ, ਇਹ ਤੁਹਾਨੂੰ ਯੋਗ ਉੱਤਰ ਦੇਣਗੇ। ਫਿਰ ਕਵੀਆਂ ਨੂੰ ਇਕੱਤਰ ਕੀਤਾ, ਕਵਿਤ ਰੂਪ ਵਿੱਚ ਉਹਨਾਂ ਨੇ ਵਾਰਤਾ ਸੁਣਾਈ ਹੈ। ਮਹਾਰਾਜ ਨੇ ਫਿਰ ਉਸ ਵਾਰਤਾ ਦੇ ਤਾਈਂ ਜੋ ਜਵਾਬ ਦਿੱਤੇ ਨੇ ਉਹ ਆਪਾਂ ਸਰਵਣ ਕਰਨੇ ਨੇ। ਬ੍ਰਾਹਮਣਾਂ ਨੂੰ ਦਾਨ ਦਿੱਤਾ ਸੀ 100 ਮਣ। ਕੱਲ ਦਾਸ ਨੇ ਜ਼ਿਕਰ ਕੀਤਾ ਸੀ 25 ਕੁਇੰਟਲ, ਪਰ ਨਹੀਂ ਸਾਧ ਸੰਗਤ ਜੀ, ਉਹ 40 ਕੁਇੰਟਲ ਹੀ ਬਣਦਾ ਹੈ। ਕਿਉਂਕਿ ਜੇ ਸਾਧ ਸੰਗਤ ਜੀ ਜਦੋਂ ਆਪਾਂ ਹਿਸਾਬ ਲਾਉਂਦੇ ਆ ਨਾ, ਕਿਤੇ ਨਾ ਕਿਤੇ ਫਿਰ ਭੁਲੇਖਾ ਪੈ ਜਾਂਦਾ। ਸਰਵਣ ਕੀਤਾ ਸੀ 100 ਮਣ, ਇੱਕ ਮਣ ਵਿੱਚ 40 ਕਿਲੋ ਹੁੰਦਾ ਹੈ ਤੇ 4000 ਬਣ ਗਏ ਨਾ। ਇਸ ਪ੍ਰਕਾਰ ਜਦੋਂ ਫਿਰ ਆਪਾਂ ਉਸ ਦਾ ਕੱਢ ਕੇ ਵੇਖੀਏ ਤੇ ਉਹ 40 ਕੁਇੰਟਲ ਬਣਦਾ। ਉਹ ਫਿਰ ਸਾਧ ਸੰਗਤ ਜੀ ਸਤਿਗੁਰਾਂ ਨੇ ਜੋ ਲੋਹਾ, ਮਾਂਹ ਦੀ ਦਾਲ, ਤੇਲ ਆਦਿਕ ਬ੍ਰਾਹਮਣਾਂ ਨੂੰ ਦਾਨ ਦੇਣ ਵਾਸਤੇ ਕਿਹਾ ਸੀ ਨਾ, 40 ਕੁਇੰਟਲ, ਉਹ ਉਹਨਾਂ ਨੇ ਨਹੀਂ ਲਿਆ। ਤੇ ਮਹਾਰਾਜ ਨੇ ਆਖਿਆ ਠੀਕ ਹੈ ਭਾਈ, ਜੇ ਗੁਰੂ ਦਾ ਦਾਨ ਨਹੀਂ ਲੈਂਦੇ, ਸਮਾਂ ਆਵੇਗਾ ਕੁਦਾਨ, ਖੋਟਾ ਦਾਨ ਲਿਆ ਕਰਨਗੇ। ਭਾਵ ਤੁਹਾਨੂੰ ਪਤਾ ਹੀ ਹੈ ਕੀ ਕਰਦੇ ਨੇ ਅੱਜ ਕੱਲ੍ਹ ਦੇ ਬ੍ਰਾਹਮਣ, ਬਿਨਾਂ ਮਤਲਬ ਤੋਂ ਹੀ ਐਵੇਂ ਹੀ ਲੋਕਾਂ ਨੂੰ ਠੱਗਦੇ ਰਹਿਣਾ। ਇਸ ਪ੍ਰਕਾਰ ਧਨ ਬਹੁਤਾ ਇਕੱਠਾ ਕਰ ਲੈਂਦੇ। ਕੁਦਾਨ ਭਾਵ ਕਹਿੰਦੇ ਉਹ ਖੋਟਾ ਦਾਨ ਵੀ ਲੈ ਲੈਣਗੇ, ਇਹਨਾਂ ਦੀ ਮੱਤ ਕੰਮ ਨਹੀਂ ਕਰੇਗੀ। ਇਉਂ ਮਹਾਰਾਜ ਨੇ ਆਖਿਆ ਕਿ ਫਿਰ ਜਿਹੜੇ ਸੋਢੀ ਸਾਡੇ ਲਈ ਇਹੋ ਜਿਹੇ ਬਚਨ ਬੋਲਦੇ ਨੇ, ਉਹ ਕਹਿੰਦੇ ਇਹ ਬ੍ਰਾਹਮਣ ਰੋੜਿਆਂ ਦੇ ਸਮਾਨ ਨੇ। ਉਹ ਸੋਢੀ ਜਿਹੜੇ ਸਾਡੇ ਤਾਈਂ ਖੋਟੇ ਬਚਨ ਕਰਦੇ, ਉਹ ਫਿਰ ਰੋੜੇ ਜਿਵੇਂ ਸੜਕ ਦੇ ਵਿੱਚ ਟੋਏ ਟਿੱਬੇ ਹੁੰਦੇ, ਉਹਨਾਂ ਦੇ ਸਮਾਨ ਖਾਲੀ ਨੇ, ਛੂਛੇ ਨੇ। ਇਹ ਮਹਾਰਾਜ ਨੇ ਬਚਨ ਕੀਤਾ ਹੈ। ਤੇ ਜਿਹੜੇ ਕੋਲ ਬ੍ਰਾਹਮਣ ਨੇ, ਪ੍ਰੋਹਤ ਨੇ,
ਉਹਨਾਂ ਨੇ ਆਖਿਆ ਮਹਾਰਾਜ ਸਾਨੂੰ ਤਾਂ ਬਖਸ਼ ਲਵੋ, ਅਸੀਂ ਕੀ ਗੁਨਾਹ ਕੀਤਾ? ਕਿਉਂਕਿ ਆਪ ਜੀ ਨੇ ਸਰਵਣ ਕੀਤਾ ਸੀ ਚੰਗੇ ਮਾੜੇ ਹਰ ਇੱਕ ਵਿੱਚ ਹੀ ਹੁੰਦੇ ਨੇ, ਪਰ ਜਿਹੜੇ ਸਤਿਗੁਰਾਂ ਤੋਂ ਪ੍ਰੋਹਤ ਪੰਡਤ ਸਨ, ਬ੍ਰਾਹਮਣ ਸਨ, ਕੁਝ ਬ੍ਰਾਹਮਣ ਰਹਿੰਦੇ ਨੇ ਸ਼ਰਧਾ ਭਾਵਨਾ ਪ੍ਰੇਮ ਵਾਲੇ ਨੇ, ਕੁਝ ਸੋਢੀ ਰਹਿੰਦੇ ਨੇ, ਖੱਤਰੀ ਵੀ ਰਹਿੰਦੇ ਨੇ, ਜਿਨ੍ਹਾਂ ਜਿਨ੍ਹਾਂ ਬਾਰੇ ਮਹਾਰਾਜ ਨੇ ਤਾੜਨਾ ਕੀਤੀ ਸੀ ਉਹਨਾਂ ਦਾ ਅੱਜ ਜੋ ਉੱਤਰ ਆ ਰਿਹਾ ਉਹ ਸਰਵਣ ਕਰੀਏ। ਜਦੋਂ ਇਹ ਦਾਨ ਨਹੀਂ ਨਾ ਲਿਆ ਲੋਹੇ ਦਾ, ਇਸ ਪ੍ਰਕਾਰ ਮਾਂ ਦੀ ਦਾਲ ਦਾ, ਤੇਲ ਦਾ, ਮਹਾਰਾਜ ਨੇ ਆਖਿਆ ਚੰਗਾ ਭਾਈ ਫਿਰ ਖਾਲਸਾ ਤਾਂ ਹੈ ਹੀ ਹੈ, ਸਿੰਘ ਤਾਂ ਹੈ ਹੀ ਨੇ, ਇਉਂ ਕਰੋ ਦਾਲ ਦੇ ਭੱਲੇ ਬਣਾ ਲਓ, ਉਹ ਤੇਲ ਵਿੱਚ ਭੱਲੇ ਕੱਢ ਲਓ ਤਲ ਕੇ, ਤੇ ਜਿਹੜਾ ਲੋਹਾ ਹੈ ਉਹਦੇ ਸ਼ਸਤਰ ਆਦਿਕ ਸਿੰਘਾਂ ਨੂੰ ਬਣਾ ਕੇ ਦਿਓ। ਤੋ ਆਪ ਜੀ ਨੇ ਸਰਵਣ ਕੀਤਾ ਸੀ ਸਿੰਘਾਂ ਨੂੰ ਮਹਾਰਾਜ ਨੇ ਫਿਰ 2-2 ਕੜੇ, ਜੰਜੀਰੀਆਂ ਜੋ ਸ਼ਸਤਰ ਤੇ ਉਹ ਜਿਹੜਾ ਸਾਧ ਸੰਗਤ ਜੀ ਚੰਦ ਤੋੜਾ ਹੁੰਦਾ ਉਹਦੇ ਤੋਂ ਘੁਮਾ ਕੇ ਉਹ ਜਿਹੜੀ ਜੰਜੀਰੀ ਕੱਢਦੇ ਨਿਹੰਗ ਸਿੰਘ ਬੁੰਗੇ ਦੇ ਉੱਤੋਂ ਦੀ ਹੋ ਕੇ ਤਾਰਾਂ ਵਾਂਗ, ਇਸ ਪ੍ਰਕਾਰ ਘੁਮਾ ਕੇ ਜਿਹੜੀ ਉਹ ਬਣਦੇ ਉਹ ਜੰਜੀਰੀਆਂ ਦਿੱਤੀਆਂ। 2-2 ਫਿਰ ਮਹਾਰਾਜ ਨੇ ਕੜੇ ਬਖਸ਼ਿਆ, ਜਿਹੜਾ ਚੱਕਰ ਲਾਇਆ ਦਮਾਲੇ ਚੱਕਰ ਵੀ ਮਹਾਰਾਜ ਨੇ ਦਿੱਤੇ, ਇਉਂ ਫਿਰ ਸ਼੍ਰੀ ਸਾਹਿਬ ਵੀ ਦਿੱਤੀਆਂ, 5-5 ਭੱਲੇ ਛਕਣ ਵਾਸਤੇ ਦਿੱਤੇ। ਬੜੇ ਆਨੰਦ ਨਾਲ ਸਾਰਿਆਂ ਨੇ ਅੰਗੀਕਾਰ ਕੀਤੇ। ਤੋ ਜਿਨ੍ਹਾਂ ਦੇ ਬਾਬਤ ਮਹਾਰਾਜ ਨੇ ਫਿਰ ਤਾੜਨਾ ਕੀਤੀ ਸੀ ਉਹ ਫਿਰ ਜਿਨ੍ਹਾਂ ਨੇ ਬਖਸ਼ਿਸ਼ਾਂ ਸਤਿਗੁਰਾਂ ਤੋਂ ਪ੍ਰਾਪਤ ਕੀਤੀਆਂ ਸਨ, ਜਿਹੜੇ ਪ੍ਰੋਹਤ ਰਹਿੰਦੇ ਸਨ, ਸੋਢੀ ਖੱਤਰੀ ਰਹਿੰਦੇ ਸਨ, ਉਹਨਾਂ ਦਾ ਜਵਾਬ ਅੱਜ ਆ ਰਿਹਾ ਹੈ। ਪ੍ਰੇਮ ਦੇ ਨਾਲ ਸਰਵਣ ਕਰੀਏ। ਤੇ ਇੱਦਾਂ ਪੜਿਓ ਜੋਤ ਤੋਂ ਬਾਅਦ ਰੇਖ ਭੇਸ਼ ਤੇ ਦਰਵੇਸ਼, ਇੱਥੇ ਤੱਕ ਬੰਸ ਤੁਮਾਰੀ ਰਖਵਾਰੀ ਦੇ ਹੋਵੇ ਹੈ, 2-2 ਆ 2-2 ਆ, ਪਹਿਲਾਂ ਇੱਥੇ ਤੱਕ ਪੜ੍ਹਦੇ ਹੋ। ਤੋ ਆਓ ਜੋ ਬਚਨ ਆ ਰਿਹਾ ਹੈ ਪ੍ਰੇਮ ਦੇ ਨਾਲ ਸਰਵਣ ਕਰੀਏ। ਸਤਿਗੁਰਾਂ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਚਨ ਸਾਰਸਤ ਖਾਲਸੇ ਕੀ ਜੁਗਤ। ਤੋ ਸਾਧ ਸੰਗਤ ਜੀ ਇਹ ਸਤਿਗੁਰਾਂ ਨੇ ਬਚਨ ਕਰ ਦਿੱਤਾ, ਕਹਿੰਦੇ ਸਾਰ ਸੁਤ, ਸੁਤ ਭਾਵ ਪੁੱਤਰ ਤੋਂ ਹੈ, ਕਹਿੰਦੇ ਜਿਹੜਾ ਖਾਲਸੇ ਦਾ ਪੁੱਤਰ ਬਣ ਕੇ ਰਵੇਗਾ, ਪ੍ਰੋਹਤਾਂ ਨੂੰ ਬ੍ਰਾਹਮਣਾਂ ਨੂੰ ਉਪਦੇਸ਼ ਦੇ ਰਹੇ, ਖਾਲਸੇ ਦੀ ਜੁਗਤ ਦੇ ਹੇਠਾਂ ਚੱਲੇਗਾ, ਖਾਲਸੇ ਦਾ ਪੁੱਤਰ ਬਣ ਰਹੇਗਾ। ਕਹਿੰਦੇ ਭਾਵੇਂ ਕਿਸੇ ਤਰ੍ਹਾਂ ਦਾ ਵੀ ਭੇਸ਼ ਧਾਰ ਕੇ ਰੱਖੋ, ਦਰਵੇਸ਼ ਬਣ ਕੇ ਰਹੋ, ਫਕੀਰ ਬਣ ਕੇ ਰਹੋ, ਪਰ ਰਹੋ ਖਾਲਸੇ ਦੇ ਜੁਗਤ ਭਾਵ ਖਾਲਸੇ ਦੇ ਰਹੁ ਰੀਤ ਦੇ ਅਨੁਸਾਰ। ਇਸ ਪ੍ਰਕਾਰ ਖਾਲਸੇ ਕੇ ਦਰਵੇਸ਼, ਜੇ ਤਾਂ ਖਾਲਸੇ ਦੇ ਕੋਲ ਰਹਿ ਕਰਕੇ ਫਕੀਰ ਬਣ ਕੇ ਰਹੋਗੇ, ਖਾਲਸੇ ਦੀ ਜੁਗਤ ਦੇ ਹੇਠਾਂ ਰਹੋਗੇ, ਫਿਰ ਤਾਂ ਤੁਹਾਨੂੰ ਖਾਲਸਾ ਮਾਣ ਦੇਵੇਗਾ, ਖਾਲਸੇ ਤੋਂ ਵਡਿਆਈ ਪ੍ਰਾਪਤ ਹੋਵੇਗੀ। ਤੇ ਇਹ ਪ੍ਰੋਹਤ ਬ੍ਰਾਹਮਣੋ ਯਾਦ ਰੱਖੋ, ਜਿਹੜਾ ਤੁਹਾਡਾ ਬੰਸ ਹੈ ਉਹ ਸੰਬਲਪੁਰੀ ਦੇ ਵਿੱਚ ਤੁਹਾਡਾ ਇੱਕ ਵੰਸ਼ ਹੋਵੇਗਾ। ਤੇ ਕਹਿੰਦੇ ਇੱਕ ਵਿਸ਼ਨ ਨਾਮੇ ਬ੍ਰਾਹਮਣ ਤੁਹਾਡੀ ਸ੍ਰੇਸ਼ਟ ਜਿਹੜੀ ਕੁਲ ਹੈ ਨਾ ਉਸ ਵਿੱਚ ਹੋਵੇਗਾ। ਤੇ ਕਹਿੰਦੇ ਉਹ ਤੁਹਾਡੀ ਜਿਹੜੀ ਬ੍ਰਾਹਮਣਾਂ ਦੀ ਪ੍ਰਜਾ ਹੋਵੇਗੀ ਨਾ ਉਸ ਦੀ ਰਾਖੀ ਵਾਸਤੇ। ਤੇ ਨੇ ਕਲੰਕ ਅਵਤਾਰ, ਵਿਸ਼ਨ ਅਵਤਾਰ ਜਿਹੜਾ ਹੈ, ਜਿਹੜਾ ਸਾਧ ਸੰਗਤ ਜੀ ਮਹਾਰਾਜ ਨੇ ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੀ ਜਿਸ ਦਾ ਜ਼ਿਕਰ ਕੀਤਾ ਹੈ ਕਿ ਕਲਯੁਗ ਦੇ ਅੰਤ ਵਿੱਚ ਇੱਕ ਅਵਤਾਰ ਹੋਣਾ ਹੈ, ਨੇਹ ਕਲੰਕ ਅਵਤਾਰ, ਉਹ ਮਹਾਰਾਜ ਦੱਸ ਰਹੇ ਨੇ ਕਿ ਵਿਸ਼ਨ ਅਵਤਾਰ ਜਿਹੜਾ ਹੋਵੇਗਾ। ਤੇ ਕਹਿੰਦੇ ਜਿਹੜੀ ਤੁਹਾਡੀ ਕੁਲ ਹੈ ਨਾ ਉਹ ਨਿਹਾਲ ਹੋ ਜਾਵੇਗੀ। ਇਹ ਬ੍ਰਾਹਮਣਾਂ ਦੇ ਤਾਈਂ ਉਪਦੇਸ਼ ਕੀਤਾ ਹੈ ਕਿ ਜੇ ਤੁਸੀਂ ਖਾਲਸੇ ਦੀ ਜੁਗਤ ਹੇਠਾਂ ਰਹੋਗੇ, ਰਹੁ ਰੀਤ ਅਨੁਸਾਰ, ਭਾਵੇਂ ਫਕੀਰ ਬਣ ਰਹੋ, ਦਰਵੇਸ਼ ਬਣ ਰਹੋ, ਤੇ ਤੁਹਾਨੂੰ ਖਾਲਸੇ ਤੋਂ ਵਡਿਆਈ ਪ੍ਰਾਪਤ ਹੋਵੇਗੀ। ਜੇ ਖਾਲਸੇ ਦੇ ਹੇਠ ਜੁਗਤ ਵਿੱਚ ਰਹੋਗੇ ਤੇ ਕਹਿੰਦੇ ਤੁਹਾਡਾ ਬੰਸ ਹੈ ਨਾ ਜਿਹੜਾ ਸੰਬਲਪੁਰੀ ਵਿੱਚ
ਉੱਥੇ ਇੱਕ ਅਵਤਾਰ ਹੋਵੇਗਾ, ਨੇਹ ਕਲੰਕ ਅਵਤਾਰ, ਤੁਹਾਡੀ ਕੁਲ ਨਿਹਾਲ ਹੋਵੇਗੀ। ਹੁਣ ਜਿਹੜੇ ਸਭਾ ਵਿੱਚ ਸੋਢੀ ਆਦਿਕ ਬੈਠੇ ਸਨ, ਜਿਨ੍ਹਾਂ ਨੂੰ ਮਹਾਰਾਜ ਨੇ ਆਖਿਆ ਸੀ ਭਾਈ ਤੁਸੀਂ ਸੜਕ ਦੇ ਵਿੱਚ ਜਿਹੜੇ ਰੋੜੇ ਟਿੱਬੇ ਆਦਿਕ ਨੇ ਉਹਨਾਂ ਦੇ ਸਮਾਨ ਹੋ, ਹੁਣ ਉਹਨਾਂ ਨੇ ਬੇਨਤੀ ਕੀਤੀ ਹੈ। ਮਹਾਰਾਜ ਕੀ ਉਪਦੇਸ਼ ਦਿੰਦੇ ਨੇ, ਸਰਵਣ ਕਰਨਾ ਕਰੋ। ਕਰ ਜੋਰ ਬੇਨਤੀ ਕਹੈ, ਉਹ ਸਭਾ ਵਿੱਚ ਜਿਹੜੇ ਸੋਢੀ ਨੇ ਹੱਥ ਜੋੜ ਕਰਕੇ ਬੇਨਤੀ ਕਰਦੇ ਹਨ, ਬਖਸ਼ੋ ਰਿਸ ਨਿਰਭਰਾ। ਐ ਵੀਰ ਰਸੀ ਸਤਿਗੁਰੂ ਆਪ ਜੀਆਂ ਨੇ ਜੋ ਵੀਰ ਰਸ ਸਹਿਤ ਬਚਨ ਕਰ ਦਿੱਤੇ ਨੇ, ਸਾਨੂੰ ਇਹਨਾਂ ਤੋਂ ਨਿਰਵਾਰਾ, ਸਾਨੂੰ ਇਹਨਾਂ ਤੋਂ ਛੁਟਕਾਰਾ ਦੇਵਾ ਦੇਵੋ, ਸਾਨੂੰ ਬਖਸ਼ ਲਵੋ। ਸ੍ਰੀ ਮੁਖ ਤੇ ਤਿਨਹੁ ਉਚਾਰਾ, ਤਿਸ ਸਮੇਂ ਮਹਾਰਾਜ ਨੇ ਸੋਢੀਆਂ ਦੇ ਤਾਈ ਪਾਵਨ ਅਰ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਕਰ ਦਿੱਤਾ। ਭਜਨ ਮੇਰੀ ਗੁਰਿਆਈ, ਕਹਿੰਦੇ ਜਿਹੜੀ ਮੇਰੀ ਗੁਰਿਆਈ ਹੈ ਨਾ, ਭਾਵ ਕਹਿਣ ਦਾ ਜਿਹੜੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਚੱਲੀ ਆ ਰਹੀ ਹੈ। ਜਿਨ ਕੇ ਮਨ ਪਾਈ, ਕਹਿੰਦੇ ਐ ਸੋਢੀਓ ਜਿਨ੍ਹਾਂ ਦੇ ਤਾਂ ਮਨ ਵਿੱਚ ਭਾ ਜਾਵੇਗੀ, ਭਾਵ ਜਿਹੜੇ ਸੋਢੀ ਤਾਂ ਗੁਰੂ ਘਰ ਦੀ ਗੁਰਿਆਈ ਦੇ ਅਧੀਨ ਹੋਣਗੇ, ਤਾਹੇ ਕਾ ਉਹਨਾਂ ਦੀ ਕੁਲਤਾ ਵਧੇਗੀ, ਉਹਨਾਂ ਦੀ ਕੁਲਤਾ ਚੱਲ ਪਵੇਗੀ। ਪਰ ਜਿਹੜੇ ਗੁਰੂ ਨਿੰਦਕ ਹੋਣਗੇ ਉਹ ਸੜ ਕੇ ਸਵਾਹ ਹੋ ਜਾਣਗੇ, ਜਿਵੇਂ ਅੱਗ ਦੇ ਵਿੱਚ ਲੱਕੜ ਸੜ ਕੇ ਸਵਾਹ ਹੁੰਦੀ। ਜਿਹੜੇ ਤਾਂ ਗੁਰਿਆਈ ਦੇ ਅਧੀਨ ਹੋ ਕੇ ਚੱਲਣਗੇ, ਗੁਰੂ ਨਾਨਕ ਦੇ ਦਰ ਘਰ ਦੀ ਮਰਿਆਦਾ ਨੂੰ ਲਾਗੂ ਕਰਕੇ ਚੱਲਣਗੇ, ਉਹਨਾਂ ਦੀ ਕੁਲ ਵੱਧ ਜਾਵੇਗੀ। ਪੰਥ ਕੇ ਨਾਹੇ ਕਾ, ਕਹਿੰਦੇ ਮੇਰੇ ਜਿਹੜੇ ਪੰਥ ਦਾ ਮਾਲਕ ਖਾਲਸਾ ਹੈ, ਮਨ ਹੈ ਮੁਝ ਸਮਾਨ। ਉਸ ਨੂੰ ਮੇਰਾ ਹੀ ਸਰੂਪ ਜਾਣਨਾ ਕਰੋ। ਜਿਵੇਂ ਆਪ ਜੀ ਨੇ ਕੱਲ ਸਰਵਣ ਕੀਤਾ ਸੀ ਨਾ, ਮਹਾਰਾਜ ਨੇ ਆਖਿਆ ਸੀ ਖਾਲਸਾ ਹੀ ਗੁਰੂ, ਗੁਰੂ ਹੀ ਖਾਲਸਾ, ਜਿਹਦਾ ਬਹੁਤਾ ਵੱਡਾ ਪ੍ਰਤਾਪ ਇਸ ਦੁਨੀਆ ਵਿੱਚ ਹੋਵੇਗਾ। ਖਾਲਸਾ ਗੁਰ, ਗੁਰ ਖਾਲਸਾ ਹੋਏ ਹੈ ਮਹਦ ਮਹਾਨ, ਤਾਨ ਨਿਤਾਣੇ ਨਰਨ ਕੋ ਹੋਏ ਨਿਥਾਵੇਂ ਥਾਨ। ਜਿਹੜਾ ਨਿਤਾਣਿਆਂ ਨੂੰ ਤਾਣ ਦੇਣ ਵਾਲਾ, ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲਾ, ਸਮੂਹ ਮਨੁੱਖਾਂ ਨੂੰ ਹੀ ਕਹਿੰਦੇ ਨਿਥਾਵਿਆਂ ਨੂੰ ਥਾਣ ਦੇਣ ਵਾਲਾ, ਮਾਣ ਬਖਸ਼ਣ ਵਾਲਾ ਜਿਹੜਾ ਖਾਲਸਾ ਸਾਡਾ ਹੀ ਰੂਪ ਜਾਣੇਗਾ। ਕਹਿੰਦੇ ਉਹ ਸੱਚਖੰਡ ਨੂੰ ਕਹਿੰਦੇ ਪ੍ਰਾਪਤ ਕਰ ਲਵੇਗਾ। ਜਿਹੜਾ ਤਾਂ ਸਾਡੇ ਖਾਲਸੇ ਨੂੰ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਸੋਢੀਓ ਜਿਹੜਾ ਸਾਡੇ ਖਾਲਸੇ ਨੂੰ ਸਾਡੇ ਸਮਾਨ ਜਾਣੇਗਾ, ਸਤਿਕਾਰ ਕਰੇਗਾ, ਉਹ ਫਿਰ ਸਾਡੇ ਧਾਮ ਨੂੰ ਭਾਵ ਸੱਚਖੰਡ ਨੂੰ ਪ੍ਰਾਪਤ ਕਰੇਗਾ। ਫਿਰ ਜਿਹੜਾ ਖੱਤਰੀਆਂ ਨੇ ਜਦੋਂ ਇਹ ਮਹਾਰਾਜ ਦੇ ਮੁਖੋਂ ਵੀਰ ਰਸ ਦੇ ਬਚਨ ਸੁਣੇ ਸਨ, ਕਹਿੰਦੇ ਉਹ ਖੱਤਰੀ ਵੀ ਡਰ ਧਾਰ ਕਰਕੇ ਗੁਰੂ ਚਰਨਾਂ ਵਿੱਚ ਆ ਖਲੋਤੇ, ਹੱਥ ਜੋੜ ਕਰਕੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਖੜ ਗਏ। ਮਹਾਰਾਜ ਦੇ ਤਾਈ ਆ ਕੇ ਆਖਿਆ, ਹਜੂਰ ਅਸੀਂ ਤਾਂ ਤੁਹਾਡੀ ਸ਼ਰਨ ਪਏ ਆ, ਸਾਨੂੰ ਤਾਂ ਤੁਹਾਡਾ ਹੀ ਓਟ ਆਸਰਾ ਹੈ। ਉਹਨਾਂ ਵੱਲ ਵੇਖ ਕਰਕੇ ਕਲਗੀਧਰ ਸੱਚੇ ਪਾਤਸ਼ਾਹ ਸ਼੍ਰੋਮਣੀ ਸਤਿਗੁਰਾਂ ਨੇ ਪਾਵਨ ਰ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਕਰ ਦਿੱਤਾ। ਐ ਖੱਤਰੀਓ ਮੇਰਾ ਜਿਹੜਾ ਪੰਥ ਹੈ ਨਾ, ਦਇਆ ਦਾ ਖਜ਼ਾਨਾ ਜਾਣ ਲੈਣਾ ਕਰੋ। ਇਹ ਦਇਆ ਦਾ ਖਜ਼ਾਨਾ ਹੈ। ਧਰਮੀ ਪੁਰਸ਼ ਨੇ ਮੇਰੇ ਪੰਥ ਦੇ ਵਿੱਚ, ਕਿਉਂਕਿ ਆਪਾਂ ਪੜ੍ਹਦੇ ਹਾਂ ਧੌਲ ਧਰਮ ਦਇਆ ਕਾ ਪੂਤ, ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਨੇ ਆਖਿਆ ਸਾਡੇ ਪੰਥ ਵਿੱਚ ਧਰਮੀ ਪੁਰਸ਼ ਨੇ, ਤੇ ਉਹਨਾਂ ਧਰਮੀਆਂ ਦੇ ਕੋਲ ਜਿਹੜੀ ਦਇਆ ਮਾਂ ਹੈ ਨਾ, ਧਰਮ ਉਹਦਾ ਸੁੱਤ ਪੁੱਤਰ ਹੈ। ਕਹਿੰਦੇ ਜਿਹੜੀ ਦਇਆ ਮਾਂ ਹੈ ਨਾ, ਉਹ ਖਜ਼ਾਨੇ ਦੀ ਨਹੀਂ ਆਈ ਹੈ, ਤੇ ਜਿਹੜਾ ਸਾਡਾ ਪੁੱਤਰ ਹੈ ਉਹ ਧਰਮ ਹੈ, ਭਾਵ ਧਰਮੀ ਪੰਥ ਹੈ। ਇਸ ਦੇ ਵਿੱਚ ਮਾਂ ਦਇਆ ਦਾ ਖਜ਼ਾਨਾ ਹੈ, ਇਸ ਦੇ ਅਧੀਨ ਹਮੇਸ਼ਾ ਹੀ ਤੁਸੀਂ ਰਹਿਣਾ ਕਰੋ।
ਹਰ ਪ੍ਰਕਾਰ ਦਾ ਫਿਰ ਤੁਸੀਂ ਵਿਸ਼ੇਸ਼ ਕਰਕੇ ਸੁਖ ਆਨੰਦ ਪ੍ਰਾਪਤ ਕਰੋਗੇ। ਵਿਰੋਧ ਦੁਖੀ ਹਵੈ ਸੋ ਚੇਤਾ ਰੱਖਿਓ, ਫਿਰ ਜਿਹੜਾ ਵਿਰੋਧ ਕਰੇਗਾ ਨਾ ਗੁਰੂ ਘਰ ਦਾ ਨਿੰਦਕ ਹੋਵੇਗਾ, ਕੂੜ ਹੋਵੇਗਾ, ਕਹਿੰਦੇ ਉਹ ਬਹੁਤਾ ਹੀ ਦੁੱਖ ਨੂੰ ਪ੍ਰਾਪਤ ਕਰੇਗਾ, ਖੇਦ ਉਸ ਦੀ ਝੋਲੀ ਪਵੇਗਾ, ਤਕਲੀਫ ਸਹਿਤ ਹੋਵੇਗਾ। ਰਹਿ ਸ਼ਰਣੀ ਹੋਏ ਪਰ ਫਿਰ ਜਿਹੜਾ ਪਛਤਾ ਕੇ ਸ਼ਰਣੀ ਪੈ ਜਾਵੇਗਾ ਉਹਨੂੰ ਉਸ ਉੱਤੇ ਬਖਸ਼ਿਸ਼ਾਂ ਹੋਣਗੀਆਂ, ਬਖਸ਼ ਦਿੱਤਾ ਜਾਵੇਗਾ। ਜਗਕਾਰ ਅਨੇਕ ਪ੍ਰਕਾਰੀ ਚੇਤਾ ਰੱਖੋ, ਜਿਹੜੀ ਜਗਤ ਦੇ ਵਿੱਚ ਕਹਿੰਦੇ ਨਾਨਾ ਪ੍ਰਕਾਰ ਦੀ ਜਿਹੜੀ ਕਾਰ ਵਿਹਾਰ ਹੈ, ਖਾਲਸੇ ਸਗਲ ਸੰਭਾਰੀ ਉਹ ਸਾਰੀ ਅਸੀਂ ਖਾਲਸੇ ਦੀ ਝੋਲੀ ਪਾ ਦਿੱਤੀ ਹੈ ਤੇ ਖਾਲਸੇ ਨੇ ਉਹ ਸਾਰੀ ਕਹਿੰਦੇ ਜੁਗਤ ਸੰਭਾਲ ਲਈ ਹੈ। ਤੇ ਹੁਣ ਮਹਾਰਾਜ ਨੇ ਖਾਲਸੇ ਨੂੰ ਕਿਵੇਂ ਨਵਾਜਿਆ? ਜੇ ਬਚਨ ਕੀਤਾ ਨਾ ਖਾਲਸਾ ਗੁਰੂ ਤੇ ਗੁਰੂ ਹੀ ਖਾਲਸਾ ਹੈ, ਤੇ ਇਹ ਮਹਾਰਾਜ ਨੇ ਕਰਕੇ ਵਿਖਾਇਆ। ਕਿਵੇਂ ਕਰਕੇ ਵਿਖਾਇਆ? ਜ਼ਿਕਰ ਕਰਦੇ ਹਨ, ਬਚਨ ਤੰਬੀਰੀ ਵਜ਼ੀਰੀ ਫਕੀਰੀ। ਤਿੰਨ ਬਚਨ ਕੀਤੇ। ਪਹਿਲਾਂ ਤਾਂ ਮਹਾਰਾਜ ਕਹਿੰਦੇ ਅੰਬੀਰੀ, ਕਹਿੰਦੇ ਮੈਂ ਖਾਲਸੇ ਨੂੰ ਸਰਦਾਰੀ ਬਖਸ਼ ਦਿੱਤੀ ਹੈ, ਜਿੰਨਾ ਵੀ ਤਾਜੋ ਤਖਤ ਹੈ, ਬਾਜ ਹੈ, ਤਾਜ ਹੈ, ਸਾਰਾ ਕੁਝ ਮੈਂ ਇਹ ਜਿਹੜੀ ਸਰਦਾਰੀ ਹੈ, ਪੰਥ ਪਾਤਸ਼ਾਹ ਆਪਾਂ ਕਹਿੰਦੇ ਆ, ਉਹ ਕਹਿੰਦੇ ਖਾਲਸੇ ਨੂੰ ਬਣਾਇਆ। ਤੇ ਵਜ਼ੀਰੀ ਭਾਵ ਪੀਰੀ ਦੇ ਨਾਲ ਨਾਲ ਮਾਲਾ ਦੇ ਨਾਲ ਨਾਲ ਗੁਰੂ ਘਰ ਵਿੱਚ ਮੀਰੀ ਲਿਆਂਦੀ ਹੈ। ਛੇਵੇਂ ਸਰੂਪ ਵਿੱਚ ਅਸਾਂ ਮੀਰੀ ਲਿਆਂਦੀ, ਭਾਵ ਤੁਹਾਨੂੰ ਸ਼ਸਤਰਧਾਰੀ ਬਣਾਇਆ ਕਿ ਰੱਖਿਆ ਪੈਣ ਤੇ ਜੇ ਤੁਹਾਡੀ ਕੋਈ ਇੱਜ਼ਤ ਨੂੰ ਹੱਥ ਪਾਵੇ, ਰੱਖਿਆ ਕਰਨ ਦੇ ਵਾਸਤੇ ਇੱਜ਼ਤ ਦੇ ਸਮੇਂ ਜੇ ਤੁਹਾਡੀ ਕੋਈ ਪੱਗ ਨੂੰ ਹੱਥ ਪਾਵੇ ਤੇ ਕਹਿੰਦੇ ਸ਼ਸਤਰਧਾਰੀ ਹੋ, ਸ਼ਸਤਰਾਂ ਦਾ ਪ੍ਰਹਾਰ ਕਰਿਓ। ਇਸ ਕਰਕੇ ਤੁਹਾਨੂੰ ਵਜ਼ੀਰੀ ਵੀ ਦਿੱਤੀ ਹੈ, ਰਾਜ ਭਾਗ ਵੀ ਤੁਹਾਨੂੰ ਦੇ ਦਿੱਤਾ ਤੇ ਫਕੀਰੀ ਵੀ ਦਿੱਤੀ ਹੈ, ਸ਼ਸਤਰਧਾਰੀ ਦੇ ਨਾਲ ਨਾਲ ਤੁਹਾਨੂੰ ਮਾਲਾ ਵੀ ਦਿੱਤੀ। ਜਿੱਥੇ ਸੰਤ ਦਾ ਗੁਣ ਦਿੱਤਾ, ਮਹਾਰਾਜ ਨੇ ਸਿਪਾਹੀ ਵੀ ਬਣਾਇਆ, ਇਉਂ ਸੰਤ ਸਿਪਾਹੀ ਖਾਲਸਾ ਪੰਥ ਪਾਤਸ਼ਾਹ ਬਣਾਇਆ। ਇਹ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਛੇਵੇਂ ਸਤਿਗੁਰਾਂ ਨੇ ਬਚਨ ਕੀਤਾ ਸੀ, ਸਿੰਘੋ ਆਏ ਹੋਏ ਮਹਿਮਾਨ ਲਈ ਦੇਗ, ਸਿਰ ਫਿਰੇ ਆਕੀਲੀ ਤੇਗ, ਹਮੇਸ਼ਾ ਤਿਆਰ ਬਰ ਤਿਆਰ ਰੱਖਿਓ। ਇਉਂ ਮਹਾਰਾਜ ਨੇ ਫਿਰ ਸੰਤ ਸਿਪਾਹੀ ਬਣਾਇਆ। ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ, ਜਿੱਥੇ ਸਿੰਘੋ ਤੁਹਾਨੂੰ ਮੈਂ ਸਰਦਾਰੀਆਂ ਦਿੱਤੀਆਂ ਨੇ, ਇਨ ਸਿੱਖਣ ਇਨ ਗਰੀਬ ਸਿੱਖਣ ਕੋ ਮੈਂ ਦੇਉ ਪਾਤਸ਼ਾਹੀ, ਤੇ ਦਿੱਤੀ ਹੈ। ਮਹਾਰਾਜ ਕਹਿ ਰਹੇ ਨੇ ਅੰਬੀਰੀ ਤੁਹਾਨੂੰ ਸਰਦਾਰੀ ਵੀ ਦਿੱਤੀ ਹੈ, ਰਾਜ ਭਾਗ ਵੀ ਸਿੰਘੋ ਦਿੱਤਾ ਹੈ, ਫਕੀਰੀ ਵੀ ਭਾਵ ਜਿੱਥੇ ਸੰਤਪੁਣਾ ਦਿੱਤਾ ਹੈ, ਨਾਲ ਸਿਪਾਹੀ ਦੇ ਗੁਣ ਵੀ ਦਿੱਤੇ ਹਨ। ਇਸ ਤੋਂ ਬਾਅਦ ਕਹਿੰਦੇ ਤੁਹਾਨੂੰ ਹਰ ਪ੍ਰਕਾਰ ਦੀ ਜੁਗਤ ਵੀ ਦਿੱਤੀ, ਢੰਗ ਤਰੀਕਾ ਵੀ ਦੱਸਿਆ ਕਿ ਰਾਜਨੀਤੀ ਦੇ ਗੁਣ ਕਿਹੜੇ ਨੇ। ਇਸ ਪ੍ਰਕਾਰ ਸਾਰੇ ਧਰਮਾਂ ਦੀ ਵਿਦਿਆ ਦਾ ਵੀ ਤੁਹਾਨੂੰ ਗਿਆਨ ਕਰਵਾਇਆ, ਸਾਰੀਆਂ ਜੁਗਤਾਂ ਤੁਹਾਨੂੰ ਦਿੱਤੀਆਂ। ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੀ ਮਰਿਆਦਾ ਵੀ ਤੁਹਾਨੂੰ ਦਿੱਤੀ, ਤਤਬੀਰੀ ਭਾਵ ਜੁਗਤ ਵੀ ਦਿੱਤੀ, ਜੋਹੀਰੀ। ਇਸੇ ਕਰਕੇ ਕਹਿੰਦੇ ਖਾਲਸਾ ਨਮਸਕਾਰ ਦੇ ਯੋਗ ਹੈ। ਅੱਜ ਵੀ ਜਿੱਥੇ ਬਾਣੇ ਵਾਲਾ ਕੋਈ ਵੀ ਨਜ਼ਰ ਆਉਂਦਾ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਕੁਦਰਤੀ ਗੱਲ ਹੈ ਉਹਦਾ ਸਿਰ ਝੁਕ ਜਾਂਦਾ। ਕਿਉਂ? ਕਿਉਂਕਿ ਦਾਤ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਝੋਲੀ ਪਾਈ। ਮਹਾਰਾਜ ਨੇ ਆਖਿਆ ਸੀ ਮੈਂ ਐਸਾ ਖਾਲਸਾ ਸਾਜਾਂਗਾ, ਦੁਨੀਆ ਖੜ ਖੜ ਵੇਖੇਗੀ, ਭਾਵੇਂ 5 ਲੱਖ ਕੀ 5 ਕਰੋੜ ਦਾ ਵੀ ਪਵਾਵੇਂ ਤੁਸੀਂ ਵਧੀਆ ਤੋਂ ਵਧੀਆ ਕੱਪੜਾ ਪਵਾ ਕੇ ਵੀ ਪਵਾਵੇਂ ਆਪਣੇ ਨਾਲ ਕੋਈ ਖੜਾ ਕਰ ਲਵੋ, ਇੱਕ ਪਾਸੇ ਬਾਣੇ ਵਾਲਾ ਖੜਾ ਕਰ ਦੇਵੋ, ਉਸ ਬਾਣੇ ਵਾਲੇ ਦਾ ਭਾਵੇਂ 50 ਰੁਪਏ ਮੀਟਰ ਕੱਪੜਾ ਵੀ ਹੋਵੇ, ਪਰ ਹੋਵੇ ਬਾਣੇ ਵਾਲਾ। ਕਹਿੰਦੇ ਇੱਕ ਉਹ ਖੜਾ ਕਰੋ ਜਿਹਦਾ 5 ਕਰੋੜ ਦਾ ਵਸਤਰ ਹੈ, 5 ਲੱਖ ਦਾ ਵੱਧ ਤੋਂ ਵੱਧ ਕੀਮਤ, 5 ਕਰੋੜ ਦਾ ਬਹੁਤੇ ਤੋਂ ਬਹੁਤੇ ਮੁੱਲ ਵਾਲਾ, ਹੀਰੇ ਜੜਿਆ ਸੋਨੇ ਵਾਲਾ, ਵਧੀਆ ਤੋਂ ਵਧੀਆ ਪੈਂਟ ਕੋਟ ਵੀ ਭਾਵੇਂ ਪਾਇਆ ਹੋਵੇ, ਇੱਕ 50 ਰੁਪਏ ਮੀਟਰ ਵਾਲਾ ਬਾਣਾ ਹੀ ਸਵਾ ਕੇ ਪਾਇਆ ਹੋਵੇ ਨਾ, ਸਾਦਾ ਗੁਰੂ ਸਾਹਿਬ ਦਾ ਦਿੱਤਾ। ਜਿੰਨਾ ਇੱਕ ਗੁਰੂ ਦੇ ਖਾਲਸੇ ਦੀ ਫੱਬ ਹੈ ਨਾ, ਜਿੰਨਾ ਗੁਰੂ ਦਾ ਸਿੰਘ ਫੱਬੇਗਾ, ਉਨੀ ਦੁਨੀਆ ਤੇ ਫੱਬ ਨਹੀਂ ਕਿਸੇ ਦੀ। ਇਹ ਮਹਾਰਾਜ ਨੇ ਕਿਰਪਾ ਕੀਤੀ, ਜੋਹੀਰੀ ਨਮਸਕਾਰ ਦੇ ਯੋਗ ਬਣਾਇਆ, ਅਕਲਗੀਰੀ ਸਭ ਤੋਂ ਵੱਧ ਅਕਲਮੰਦ ਬਣਾਇਆ।
ਇਤਿਹਾਸ ਗਵਾਹ ਹੈ। ਅੱਜ ਦੇ ਸਾਇੰਸਦਾਨ ਵੀ ਇਹਨੂੰ ਮੰਨਦੇ ਨੇ ਕਿ ਜਿਹੜੇ ਤਾਂ ਕੇਸ ਦਾੜਾ ਜਿਨ੍ਹਾਂ ਨੇ ਰੱਖਿਆ ਹੁੰਦਾ ਹੈ, ਜਿਹੜੇ ਕੇਸਾਂ ਧਾਰੀ ਹੁੰਦੇ ਨੇ, ਰਹਿਤ ਵਿੱਚ ਪ੍ਰਪੱਕ ਰਹਿੰਦੇ ਨੇ, ਕੇਸ ਰੱਖ ਕੇ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਕਰਦੇ, ਹਰ ਪ੍ਰਕਾਰ ਦੇ ਨਾਲ ਸੁਚੱਜਾ ਜੀਵਨ ਬਤੀਤ ਕਰਦੇ ਨੇ। ਕਹਿੰਦੇ ਬਹੁਤੀ ਉਹਨਾਂ ਦੀ ਜਿਹੜੀ ਦਿਮਾਗੀ ਸ਼ਕਤੀ ਹੈ ਨਾ, ਉਹ ਕੰਮ ਕਰਦੀ, ਜ਼ਿਆਦਾ ਕਰਦੀ ਹੈ, ਕਿਉਂਕਿ ਜਿਹੜੇ ਸਾਡੇ ਕੇਸ ਨੇ ਨਾ, ਇਹ ਸਾਨੂੰ ਕਿਰਨਾਂ ਪ੍ਰਦਾਨ ਕਰਦੇ ਨੇ। ਅੱਜ ਜਿਵੇਂ ਮੀਡੀਏ ਦਾ ਯੁੱਗ ਹੈ, ਇੰਟਰਨੈਟ ਦਾ ਸਾਧਨ ਹੈ, ਤੇ ਥਾਂ ਥਾਂ ਤੇ ਅੰਟੀਨੇ ਲੱਗੇ ਨੇ ਨਾ, ਇਉਂ ਕੇਸ ਅੰਟੀਨੇ ਦਾ ਕੰਮ ਕਰਦੇ ਨੇ, ਸਾਨੂੰ ਕਿਰਨਾਂ ਦਿੰਦੇ ਨੇ, ਤੇ ਸਾਡੀ ਜਿਹੜੀ ਅਕਲ ਮੱਤ ਹੈ ਬਹੁਤੀ ਕੰਮ ਕਰਦੀ, ਬੁੱਧੀ ਕੰਮ ਕਰਦੀ। ਇਹ ਕੇਸਾਂ ਦੀ ਮਹਾਨਤਾ ਹੈ। ਅੱਜ ਦੇ ਸਾਇੰਸਦਾਨ ਵੀ ਇਹਨੂੰ ਸਿੱਧ ਕਰ ਰਹੇ। ਕਹਿੰਦੇ ਜਿਹੜਾ ਕੇਸਾ ਧਾਰੀ ਹੈ, ਕਿਉਂਕਿ ਜਿੰਨੇ ਵੀ ਪੁਰਾਤਨ ਕਾਲ ਵਿੱਚ ਦੇਵੀ ਦੇਵਤੇ, ਰਿਸ਼ੀ ਮੁਨੀ, ਪੀਰ ਪੈਗੰਬਰ ਹੋਏ, ਸਾਰੇ ਕੇਸਾ ਧਾਰੀ ਹੋਏ, ਕੋਈ ਕੇਸਾ ਰਹਿਤ ਨਹੀਂ ਹੋਇਆ। ਜਿਵੇਂ ਦਾਸ ਨੇ ਬਚਨ ਕੀਤਾ ਸੀ, ਕੁਦਰਤ ਦਾ ਨਿਯਮ ਹੈ, ਮਾਂ ਦੇ ਗਰਭ ਵਿੱਚੋਂ ਹੀ ਜੇ ਕੋਈ ਬੱਚਾ ਹੈ, ਭਾਵੇਂ ਬੱਚੀ ਹੈ, ਉਹਦੇ ਕੇਸ ਜ਼ਰੂਰ ਹੁੰਦੇ ਨੇ। ਕੁਦਰਤੀ ਬਾਅਦ ਵਿੱਚ ਭਾਵੇਂ ਕੋਈ ਆ ਕੇ ਪਤਿਤ ਕਰ ਦੇਵੇ, ਪਰ ਕੇਸਾ ਧਾਰੀ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਖਾਲਸੇ ਨੂੰ ਕਲਗੀਰੀ ਬਹੁਤੀ ਵਿਵੇਕ ਬੁੱਧ ਵੀ ਬਖਸ਼ੀ ਹੈ। ਦਾਨ ਕੀ ਦਹੀਰੀ, ਇਸ ਪ੍ਰਕਾਰ ਕਹਿੰਦੇ ਮਹਾਰਾਜ ਨੇ ਦਾਨ ਦੇਣ ਦੇ ਯੋਗ ਬਣਾਇਆ। ਅੱਜ ਵੀ ਜੇ ਕੋਈ ਖਾਲਸੇ ਦੇ ਕੋਲ ਆ ਕੇ ਜਾਚਨਾ ਕਰਦਾ ਨਾ, ਖਾਲਸਾ ਉਹਦੀਆਂ ਝੋਲੀਆਂ ਭਰ ਦਿੰਦਾ। ਐਸਾ ਖਾਲਸਾ ਸਤਿਗੁਰਾਂ ਦਾ। ਮਹਾਰਾਜ ਨੇ ਫਿਰ ਤੁਪਕ, ਬੰਦੂਕ ਆਦਿਕ ਦਿੱਤੀ ਹੈ। ਉਹੀ ਗੱਲ ਵੀ ਸ਼ਸਤਰ ਧਾਰੀ ਬਣਾਇਆ, ਤਰਗਸ, ਚਾਂਪ ਕਹਿ ਲਓ, ਧਨੁੱਖ ਕਹਿ ਲਓ। ਇਸ ਪ੍ਰਕਾਰ ਕਹਿੰਦੇ ਮਹਾਰਾਜ ਨੇ ਸ਼ਸਤਰ ਧਾਰੀ ਹੋਣਾ, ਰਾਜ ਭਾਗ ਦਿੱਤਾ। ਵੇਖੋ ਕਿੰਨਾ ਕੁਝ ਦਿੱਤਾ, ਸਰਦਾਰੀ ਦਿੱਤੀ, ਰਾਜ ਭਾਗ ਦਿੱਤਾ, ਸੰਤ ਸਿਪਾਹੀ ਬਣਾਇਆ। ਇਸ ਪ੍ਰਕਾਰ ਜੁਗਤੀ ਦਿੱਤੀ, ਨਮਸਕਾਰ ਦੇ ਯੋਗ ਬਣਾਇਆ, ਅਕਲਮੰਦ ਬਣਾਇਆ, ਦਾਨ ਦੇਣ ਦੇ ਯੋਗ ਬਣਾਇਆ। ਕਹਿੰਦੇ ਸ਼ਸਤਰ ਧਾਰੀ ਬਣਾ ਦਿੱਤਾ। ਕਹਿੰਦੇ ਇਸ ਤੋਂ ਬਾਅਦ ਮਹਾਰਾਜ ਨੇ ਜਿਹੜੇ ਮਹਾਰਾਜ ਦੇ ਕੋਲ ਕਵੀ ਰਹਿੰਦੇ ਸਨ ਨਾ, ਉਹਨਾਂ ਨੂੰ ਰਾਜ ਭਾਗ ਦੇ ਵਰ ਦਿੱਤੇ ਹਨ। ਕਹਿੰਦੇ ਜਿਹੜੇ ਮੇਰੇ ਕਵੀ ਨੇ ਨਾ, ਉਦੇ ਸਿੰਘ, ਮੋਹਰ ਸਿੰਘ ਆਦਿਕ, ਕੋਈ ਸਮਾਂ ਆਵੇਗਾ ਇਹ ਬਹੁਤਾ ਧਨ ਮਾਲ ਪ੍ਰਾਪਤ ਕਰਨਗੇ, ਰਾਜੇ ਹੋਣਗੇ ਪ੍ਰਜਾ ਦੇ। ਜਿਨ੍ਹਾਂ ਦਾ ਨਾਮ ਧੰਨਾ ਸਿੰਘ, ਮਾਨ ਸਿੰਘ ਆਦਿਕ ਜਾਣ ਲੈਣਾ ਕਰੋ। ਇਸ ਪ੍ਰਕਾਰ ਦਾਨ ਸਿੰਘ, ਚੜਤ ਸਿੰਘ ਪ੍ਰਮਾਣ ਭਾਵੇਂ ਬਹੁਤੇ ਪ੍ਰਵੀਨ ਹੋਣਗੇ, ਬਲਸ਼ਾਲੀ ਹੋਣਗੇ, ਬਹੁਤਾ ਇਹਨਾਂ ਦਾ ਰਾਜ ਭਾਗ ਵਧੇਗਾ। ਜਿਹੜੇ ਜ਼ਿਮੀਦਾਰ ਗੋਤ ਦੇ ਬਹੁਤੇ ਸਾਡੇ ਸਿੱਖ ਹਨ, ਇਹ ਧਰਤੀ ਦੇ ਰਾਜੇ ਹੋਣਗੇ। ਅਸੀਂ ਇਹਨਾਂ ਨੂੰ ਰਾਜ ਭਾਗ ਬਖਸ਼ ਦਿੱਤਾ ਹੈ। ਇਉਂ ਬਚਨ ਕਰਕੇ ਹਜੂਰ ਆਪਣੇ ਨਿਵਾਸ ਸਥਾਨ ਰਵਾਏ, ਜਿੱਥੇ ਰਿਹਾਇਸ਼ ਸੀ ਉੱਥੇ ਚਲੇ ਗਏ। ਮਾਤਾ ਜੀਤ ਕੌਰ ਜੀ ਨੂੰ ਮਹਾਰਾਜ ਨੇ ਜਦੋਂ ਮਾਤਾ ਜੀ ਵੀ ਆ ਗਏ ਨਿਵਾਸ ਸਥਾਨ ਤੇ ਆਉਂਦਿਆਂ ਵੇਖਿਆ, ਜਾਂ ਇਉਂ ਕਹਿ ਲਓ ਮਾਤਾ ਜੀਤ ਕੌਰ ਜੀ ਨੇ ਸਤਿਗੁਰਾਂ ਨੂੰ ਆਉਂਦਿਆਂ ਵੇਖਿਆ ਤੇ ਹੱਥ ਜੋੜ ਕਰਕੇ ਇਹ ਬੇਨਤੀ ਕਰ ਦਿੱਤੀ, ਨਿਮਰਤਾ ਦੇ ਵਿੱਚ ਹੋ ਕੇ, ਗਰੀਬੀ ਦੇ ਸਹਿਤ, ਮਨ ਦੀ ਗਰੀਬੀ ਨੂੰ ਧਾਰ ਕੇ, ਨਿਉ ਕੇ ਵੱਡੇ ਭਾਗਾਂ ਵਾਲੇ ਮਾਤਾ ਜੀਤ ਕੌਰ ਜੀ ਨੇ ਬਚਨ ਕੀਤਾ, ਐ ਦੀਨ ਦੁਨੀਆ ਦੇ ਸੱਚੇ ਪਾਤਸ਼ਾਹ, ਜੇ ਸਾਰਾ ਕੁਝ ਹੀ ਖਾਲਸੇ ਦੀ ਝੋਲੀ ਪਾ ਦਿੱਤਾ ਹੈ ਤੇ ਤੁਹਾਡੇ 4 ਸਾਹਿਬਜ਼ਾਦੇ ਨੇ, ਉਹਨਾਂ ਦਾ ਕੀ ਹੋਵੇਗਾ? ਤੁਸੀਂ ਸਾਰੀ ਜਿਹੜੀ ਸਰਦਾਰੀ ਹੈ ਉਹ ਸਿੱਖਾਂ ਨੂੰ ਦੇ ਦਿੱਤੀ ਹੈ, ਰਾਜ ਭਾਗ ਬਲ ਬਹੁਤਾ ਹੀ ਆਪਣੇ ਸਿੱਖਾਂ ਨੂੰ ਦੇ ਦਿੱਤਾ ਹੈ, ਉਹ ਕੀ ਕਰਨਗੇ? ਸਾਡੇ 4 ਸਾਹਿਬਜ਼ਾਦੇ ਕੀ ਕਰਨਗੇ? ਉਹਨਾਂ ਦੇ ਹਿੱਸੇ ਕੀ ਆਵੇਗਾ? ਕਿਉਂਕਿ ਮਾਤਾਵਾਂ ਨੂੰ ਫਿਕਰ ਹੁੰਦਾ ਹੈ ਨਾ ਕਿ ਆਪਣੇ ਪੁੱਤਰਾਂ ਦਾ ਵੀ ਇਹਨਾਂ ਵਾਸਤੇ ਵੀ ਕੁਝ ਬਣਾ ਦਈਏ, 4 ਪੈਸੇ ਜੋੜ ਦਈਏ, ਘਰ-ਬਾਰ ਸੋਹਣਾ ਬਣ ਜਾਏ। ਦੁਨੀਆ ਦੇ ਲੋਕ ਇਉਂ ਹੀ ਕਰਦੇ ਨੇ, ਰਵਾਇਤ ਹੈ ਨਾ। ਇਉਂ ਮਾਤਾ ਜੀ ਨੇ ਜਦੋਂ ਇਹ ਬਚਨ ਕੀਤਾ ਕਿ ਜੇ ਸਾਰਾ ਕੁਝ ਹੀ ਖਾਲਸੇ ਝੋਲੀ ਪਾ ਦਿੱਤਾ ਤੇ ਪੁੱਤਰ ਕੀ ਕਰਨਗੇ? ਇਹਨਾਂ ਵਾਸਤੇ ਕੀ ਛੱਡਿਆ?
ਜਦੋਂ ਇਹ ਬਚਨ ਕੀਤਾ ਮਹਾਰਾਜ ਵੇਖ ਕੇ ਮਾਤਾ ਜੀਤ ਕੌਰ ਜੀ ਵੱਲ ਵੇਖ ਕੇ ਮੁਸਕਰਾਏ ਹਨ। ਭਵਿੱਖਤ ਕਾਲ ਸਮਝਾਏ ਭਵਿੱਖਤ ਕਾਲ ਵਿੱਚ ਜੋ ਹੋਣਾ ਸੀ ਨਾ ਉਹ ਬਚਨ ਮਹਾਰਾਜ ਨੇ ਕੀਤੇ ਤੇ ਮਾਤਾ ਜੀਤ ਕੌਰ ਜੀ ਨੂੰ ਸਮਝਾ ਦਿੱਤਾ। ਸੱਚਾ ਘਰ ਅਚਲ ਸੰਭਾਲੋ ਐ ਅਜੀਤ ਕੌਰ ਤੁਸੀਂ ਜਿਹੜਾ ਅਚਲ ਚਲਾਏ ਮਾਨ ਤੋਂ ਰਹਿਤ ਹੈ ਨਾ, ਅਚਲ ਘਰ ਨਿਰਭੈ ਪਦ ਅਮਰਾ ਪਦ ਸੱਚਖੰਡ, ਕਹਿੰਦੇ ਉਹ ਜਿਹੜਾ ਸੱਚਖੰਡ ਹੈ ਤੁਹਾਨੂੰ ਉਸ ਦਾ ਰਾਜ ਭਾਗ ਦੇਣਾ ਹੈ, ਉਸ ਨੂੰ ਸੰਭਾਲੋ। ਕਲੇਸ਼ ਨਹੀਂ ਕਿਸ ਕਲ ਜਿੱਥੇ ਕਿਸੇ ਪ੍ਰਕਾਰ ਦਾ ਕੋਈ ਕਲੇਸ਼ ਝਗੜਾ ਨਹੀਂ ਹੈ। ਤੰਬ ਭਾਗ ਮਹਿ ਪਾਰੀ ਤੁਹਾਡਾ ਪਰਿਵਾਰ ਜਿਹੜੇ 4 ਸਾਹਿਬਜ਼ਾਦੇ ਨੇ, ਤੁਸੀਂ ਕਹਿੰਦੇ ਸਾਰਾ ਹੀ ਪਰਿਵਾਰ ਤੁਹਾਡਾ ਬਹੁਤਾ ਭਾਗਾਂ ਵਾਲਾ ਹੈ ਅਰਸ਼ ਕੀ ਬਰ ਸਰਦਾਰੀ ਕਿ ਅਸੀਂ ਤੁਹਾਨੂੰ ਅਰਸ਼ਾਂ ਦੀ ਸਰਦਾਰੀ ਭਾਵ ਸੱਚਖੰਡ ਦੀ ਸਰਦਾਰੀ ਬਖਸ਼ ਰਹੇ ਹਾਂ। ਮਨ ਹੈ ਬਾਸ ਹਮਾਰਾ ਜਿਸ ਜਗ੍ਹਾ ਤੇ ਕਹਿੰਦੇ ਅਸੀਂ ਸਾਰਿਆਂ ਨੇ ਵਾਸ ਕਰਨਾ ਹੈ। ਬਾਸ ਤੋ ਜੁਤ ਪਰਵਾਰਾ ਐ ਅਜੀਤ ਕੌਰ ਅਸੀਂ ਚਾਹੁੰਦੇ ਆ ਸਾਡਾ ਸਾਰਾ ਪਰਿਵਾਰ ਵੀ ਉਸ ਥਾਂ ਤੇ ਵਾਸ ਕਰੇ ਭਾਵ ਸੱਚਖੰਡ ਦੇ ਵਿੱਚ ਰਹੀਏ। ਚੇਤਕ ਪੰਥ ਖਾਲਸਾ ਪਾਰੀ ਜਿੰਨਾ ਵੀ ਖਾਲਸਾ ਪੰਥ ਹੈ ਨਾ ਇਹ ਸਾਰਾ ਹੀ ਉਹ ਸਭ ਤੁਮਰੇ ਆਗਿਆਕਾਰੀ ਸਾਰਾ ਖਾਲਸਾ ਅੱਜ ਤੱਕ ਵੀ ਜਿੰਨਾ ਹੋਇਆ ਹੈ, ਜਿੰਨਾ ਮੌਜੂਦ ਹੈ, ਜਿੰਨਾ ਗਾਂ ਹੋਵੇਗਾ ਸਾਰਾ ਹੀ ਕਹਿੰਦੇ ਤੁਹਾਡੀ ਆਗਿਆ ਦੇ ਅਧੀਨ ਹੋਵੇਗਾ। ਮਨ ਹੈ ਬੰਧਨ ਕੋ ਠਨ ਹੈ ਅੱਜ ਵੀ ਜਿੰਨੇ ਮਾਤਾ ਜੀਤ ਕੌਰ ਜੀ ਦੇ ਅਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨੇ ਨਾ, ਉੱਥੇ ਖਾਲਸਾ ਹੀ ਸੇਵਾ ਕਰਦਾ। ਬੜੇ ਦਲ ਨੇ, ਬੁੱਢਾ ਦਲ ਆਦਿਕ, ਤਰਨਾ ਦਲ, ਨਿਹੰਗ ਸਿੰਘ ਬੜੀ ਸੇਵਾ ਕਰਦੇ। ਸੇਵਾਦਾਰ ਸਮੁੱਚਾ ਖਾਲਸਾ ਕਹਿੰਦੇ ਉੱਥੇ ਨਮਸਕਾਰਾਂ ਕਰਦਾ ਹੈ। ਮਾਤਾ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਨਮਸਕਾਰ ਕਰਦੇ ਨੇ, ਪਰਿਕਰਮਾ ਕਰਦੇ ਨੇ, ਲੰਗਰ ਚਲਾ ਰਹੇ ਨੇ, ਬੜੀ ਗੁਰਧਾਮਾਂ ਦੀ ਸੇਵਾ ਕਰਦੇ ਨੇ। ਕਹਿੰਦੇ ਮਹਾਰਾਜ ਨੇ ਬਚਨ ਕੀਤਾ ਸੀ ਤਾਂ ਇਹ ਅੱਜ ਸਾਰਾ ਕੁਝ ਹੋ ਰਿਹਾ। ਸਤਿਗੁਰੂ ਦੱਸ ਰਹੇ ਨੇ ਕਿ ਇਉਂ ਹੋਵੇਗਾ ਤੇ ਅੱਜ ਆਪਾਂ ਵੇਖ ਰਹੇ ਹੋ ਰਿਹਾ। ਖਾਲਸਾ ਸੇਵਾ ਕਰਦਾ ਹੈ ਤੇ ਮਹਾਰਾਜ ਕਹਿੰਦੇ ਸਾਰੇ ਤੁਹਾਨੂੰ ਨਮਸਕਾਰਾਂ ਕਰਨਗੇ। ਉਪਕਾਰ ਆਪਨ ਪਰ ਜਾਣੈ ਹੈ ਇਹ ਸਾਡਾ ਉਪਕਾਰ ਹੀ ਆਪਣੇ ਉੱਤੇ ਜਾਣਨਗੇ ਕਿ ਮਹਾਰਾਜ ਨੇ ਸਾਨੂੰ ਆਪਣੇ ਪੁੱਤਰ ਧੀਆਂ ਬਣਾ ਕੇ ਖੰਡੇ ਬਾਟੇ ਦੀ ਪੌਲ ਦੇ ਕਰਕੇ ਨਵਾਜਿਆ ਹੈ। ਪਰ ਜਸ ਕਰ ਹੈ ਵਿਸਾਲਾ ਧਰਤੀ ਉੱਤੇ ਬਹੁਤੀ ਕਹਿੰਦੇ ਵਡਿਆਈ ਜਿੰਨੀ ਵੀ ਹੋਵੇਗੀ ਉਹ ਤੁਹਾਡੀ ਕਰਨਗੇ। ਪੁੱਤਰ ਖਾਲਸਾ ਜਾਤਾ ਤੇ ਕਹਿੰਦੇ ਇਹ ਸਾਡਾ ਪੁੱਤਰ ਹੈ ਜਿਹੜਾ ਸਮੁੱਚਾ ਖਾਲਸਾ ਹੈ ਨਾ, ਇਹ ਗੁਰੂ ਪੁੱਤਰ ਹੈ। ਕਾਲ ਕਾਲੀ ਬਾਤ ਪਾਈ ਇਸ ਕਰਕੇ ਖਾਲਸੇ ਨੇ ਇਹ ਜਿਹੜੀ ਦਾਤ ਹੈ ਨਾ ਬੜੀ ਵੱਡੀ ਘੱਲ ਨਾ ਘਾਲ ਕਮਾਈ ਕਰਕੇ ਪਾਈ ਹੈ। ਮਹਿਮਾ ਮਹਿ ਬਹੁਸ਼ਾਈ ਇਹ ਬਹੁਤ ਹੀ ਕਹਿੰਦੇ ਜਿਹੜੀ ਆਪ ਜੀਆਂ ਦੀ ਵੱਡੀ ਸੋਭਾ ਹੈ ਨਾ, ਮਹਿਮਾ ਵਡਿਆਈ ਹੈ। ਧਰਤੀ ਦੇ ਉੱਤੇ ਕਹਿੰਦੇ ਨੇਤੀ ਸੋਭਾ ਪਾ ਰਹੀ ਹੈ, ਛਾਈ ਹੋਈ ਹੈ। ਕਹਿ ਕਰ ਤੇਰੇ ਭਏ ਗੁਸਾਈ ਇਉਂ ਕਹਿ ਕਰਕੇ ਜਗਤ ਦੇ ਸੁਆਮੀ ਕਹਿੰਦੇ ਪਲੰਗ ਤੇ ਜਾ ਬਰਾਜੇ ਹਨ। ਮੂਦ ਸਮਾਦ ਲਗਾਈ ਨੇਤਰ ਬੰਦ ਕਰਕੇ ਕਿਰਪਾ ਦ੍ਰਿਸ਼ਟੀ ਦੁਆਰਾ ਅੰਤਰ ਧਿਆਨ ਹੋਏ ਹਨ। ਚੇਤਨ ਆਨੰਦ ਮਜਾਰੀ ਸਤ ਚਿਤ ਆਨੰਦ ਸਵਰੂਪ ਐਸੇ ਸਰੂਪ ਦੇ ਵਿੱਚ ਸਰੂਪ ਮਹਿ ਬ੍ਰਿਤ ਥਿਰ ਤਾਰੀ ਕਹਿੰਦੇ ਆਪਣੇ ਨਿੱਜੀ ਸਰੂਪ ਦੇ ਵਿੱਚ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਹੈ ਉਹ ਮਹਾਰਾਜ ਲੀਨ ਹੋ ਗਏ ਹਨ। ਕੋ ਮੁਖ ਸਭ ਪੰਤੀ ਮਾਤਾ ਜੀਤ ਕੌਰ ਜੀ ਇਸ ਪ੍ਰਕਾਰ ਆਪਣੇ ਪਤੀ ਦੇਵ ਗੁਰੂਪਤੀ ਭਾਵ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮੁਖੜਾ ਤੱਕ ਕੇ ਅਜੀਤੋ ਸੀਤਲ ਛਾਤੀ ਸ਼ੀਤਲਤਾ ਨੂੰ ਮਾਤਾ ਜੀ ਨੇ ਧਾਰ ਲਿਆ ਹੈ, ਠੰਡੇ ਠਾਰ ਹੋ ਗਏ ਹਨ। ਭਜਨ ਜਤਾ ਫਰਮਾਇਓ ਸਤ ਬਚਨ ਕਹਿ ਕਰਕੇ ਸਤਿਗੁਰਾਂ ਦਾ ਬਚਨ ਮੰਨ ਲਿਆ। ਕਰ ਸੀਸ ਨਿਵਾਇਓ ਦੋਵੇਂ ਹੱਥ ਜੋੜ ਲਏ ਨੇ ਤੇ ਕਹਿੰਦੇ ਆਦਰ ਦੇ ਨਾਲ ਆਪਣਾ ਸੀਸ ਝੁਕਾ ਦਿੱਤਾ। ਆਪਣੇ ਥਾਨ ਮਜਾਰੀ ਉਸ ਤੋਂ ਬਾਅਦ ਫਿਰ ਕਹਿੰਦੇ ਆਪਣੇ ਨਿਵਾਸ ਸਥਾਨ ਤੇ ਜਾ ਬਰਾਜੇ ਹਨ। ਹੈ ਕਿਸ ਕੇ ਢੇਗ ਬਹੁਤ ਉਚਾਰੀ ਜੋ ਵੀ ਸਤਿਗੁਰਾਂ ਨੇ ਭਵਿੱਖਤ ਬਚਨ ਕਹੇ ਮਾਤਾ ਜੀ ਨੇ ਕਿਸੇ ਦੇ ਤਾਈ ਨਹੀਂ ਕੀਤੇ। ਆਸ਼ੈ ਲੱਖ ਹਿਰਦੈ ਛੁਪਾਇਓ
ਪਤੀ ਦੇ ਇਸ ਆਸ਼ੇ ਨੂੰ ਹਿਰਦੇ ਵਿੱਚ ਛੁਪਾ ਲਿਆ। ਅਨੁਸਾਰ ਤਥਾ ਮਨ ਪਾਇਓ। ਜਿਵੇਂ ਗੁਰੂ ਪਤੀ ਨੇ ਬਚਨ ਕੀਤਾ ਸੀ ਉਵੇਂ ਹੀ ਰਹਿਣਾ ਸ਼ੁਰੂ ਕਰ ਦਿੱਤਾ। ਸਤਿਗੁਰ ਕੇ ਚਰਿਤਰ ਵਿਸਾਲੇ। ਇਉਂ ਸਤਿਗੁਰਾਂ ਦੇ ਬੜੇ ਹੀ ਚੋਜ ਗੁਰ ਇਤਿਹਾਸ ਵਿੱਚ ਮਿਲਦੇ ਹਨ। ਸ਼ਰੋਤਾ ਹੱਥ ਕਲਮਲ ਕਾਲੇ। ਐ ਸ਼ਰੋਤਾ ਜਣੋ, ਸਤ ਸੰਗੀ ਜਣੋ, ਐਸੇ ਸਤਿਗੁਰਾਂ ਦੇ ਚੋਜ ਸੁਣ ਕਰਕੇ ਕਲਯੁਗ ਦੇ ਵਿੱਚ ਜਿੰਨੇ ਵੀ ਮਨੁੱਖ ਤੋਂ ਪਾਪ ਅਪਰਾਧ ਹੋ ਜਾਂਦੇ ਨੇ ਨਾ, ਕਹਿੰਦੇ ਸਤਿਗੁਰਾਂ ਦੀ ਪਾਵਨ ਪਵਿੱਤਰ ਕਥਾ ਸੁਣ ਕਰਕੇ ਕਵੀ ਜੀ ਕਹਿੰਦੇ ਨਾਸ਼ ਹੋ ਜਾਂਦੇ ਹਨ। ਸੰਤੋਖ ਸਿੰਘ ਕਰ ਬੰਧਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਐਸੇ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਗੁਰੂ ਮਾਤਾ ਦੇ ਚਰਨਾਂ ਤੇ ਹੱਥ ਜੋੜ ਕਰਕੇ ਬੰਧਨ ਕਰਾਂ ਚਰਨ ਅਰਬਿੰਦਨ। ਕਹਿੰਦੇ ਦੋਵੇਂ ਹੱਥ ਜੋੜ ਕਰਕੇ ਚਰਨਾਂ ਤੇ ਅਰਬਿੰਦਨ ਭਾਵ ਨਮਸਕਾਰ ਕਰਦਾ ਹਾਂ। ਸੋ ਆਓ ਸਾਧ ਸੰਗਤ ਜੀ ਇੱਥੇ ਹੀ ਸਮਾਪਤੀ ਹੈ। ਅੱਜ ਮਾਫੀ ਚਾਹੁੰਦਾ, ਥੋੜਾ ਟੂਕ ਮਾਤਰ ਇਤਿਹਾਸ ਹੀ ਆਪ ਜੀਆਂ ਨੇ ਸਰਵਣ ਕੀਤਾ ਹੈ, ਕਿਉਂਕਿ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਦੀ ਸ਼ਹੀਦੀ ਦੀ ਵਾਰਤਾ ਆਪ ਜੀਆਂ ਨੇ ਸਰਵਣ ਕੀਤੀ ਹੈ। ਸੋ ਇੱਥੇ ਹੀ ਪ੍ਰਸੰਗ ਦੀ ਸਮਾਪਤੀ। ਹੋਈਆਂ ਭੁੱਲਾਂ ਗਲਤੀਆਂ ਮਾਫ ਕਰਨੀਆਂ, ਅਗਾਹ ਵਾਸਤੇ ਸਮਤ ਬਖਸ਼ਣੀ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕਰਕੇ ਦਰਸ਼ਨ ਦਿੱਤੇ। ਅਰਦਾਸ ਕਰਿਆ ਕਰੋ ਇਸੇ ਤਰ੍ਹਾਂ ਮਹਾਰਾਜ ਨਾਮ ਦੀ ਦਾਤ ਬਖਸ਼ਣ, ਬਾਣੇ ਅਤੇ ਬਾਣੀ ਨਾਲ ਜੋੜੀ ਰੱਖਣ, ਸੇਵਾ ਤੇ ਸਿਮਰਨ ਦੀ ਦਾਤ ਝੋਲੀ ਪਾਉਣ। ਅਗਾਹ ਫਿਰ ਜੋ ਵੀ ਪ੍ਰਸੰਗ ਆਵੇਗਾ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਮਹਾਂਪੁਰਖਾਂ ਦਾ ਧੰਨਵਾਦ, ਆਪ ਸੰਗਤ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਮੇਰੇ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸਾਰੇ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸਵਾਸ ਸਵਾਸ ਰੋਮ ਰੋਮ ਕਰਕੇ ਸ਼ੁਕਰਾਨਾ ਧੰਨਵਾਦ ਹੈ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸਤਿਗੁਰ ਕੇ ਚਰਿਤਰ ਵਿਸਾਲੇ। ਸੁਨ ਸ਼ਰੋਤਾ ਹੱਥ ਕਲਮਲ ਕਾਲੇ। ਕਬ ਸੰਤੋਖ ਸਿੰਘ ਕਰ ਬੰਧਨ। ਬੰਧਨ ਕਰੋ ਚਰਨ ਅਰਬਿੰਦਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।